ਪ੍ਰਦੀਪ ਅਗਰਵਾਲ ਜੀ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਕੂਲਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜਾ ਕਿ ਬੜਾ ਅਹਿਮ ਮੁੱਦੇ 'ਤੇ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ, ਉਹਦੇ ਵਿੱਚ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ਅਤੇ ਅੱਜ ਅਸੀਂ ਜਿਹੜੇ ਵਿਸ਼ੇ 'ਤੇ ਗੱਲ ਕਰਨੀ ਹੈ ਉਹਦੇ ਬਾਰੇ ਅਕਸਰ ਤੁਸੀਂ ਹੁਣ TV 'ਤੇ ਵੀ, ਅਖਬਾਰਾਂ 'ਚ ਵੀ ਦੇਖਿਆ, ਸੁਣਿਆ, ਪੜ੍ਹਿਆ ਹੋਏਗਾ ਕਿ ਪਰਾਲੀ ਨੂੰ ਸਾੜਨ ਦਾ ਜਿਹੜਾ ਇਹ ਕੰਮ ਹੁੰਦਾ ਹੈ ਉਹਦਾ ਕੀ ਨੁਕਸਾਨ ਹੁੰਦਾ ਹੈ, ਕਿਸ ਤਰ੍ਹਾਂ ਜਿਹੜਾ ਹੈ ਇਹਦੇ ਨਾਲ ਆਮ ਆਵਾਮ ਦੀ ਸਿਹਤ 'ਤੇ ਅਸਰ ਹੋ ਰਿਹਾ ਹੈ, ਇਨਵਾਇਰਮੈਂਟ ਨੂੰ ਜਿਹੜਾ ਵਾਤਾਵਰਣ ਹੈ ਉਹਨੂੰ ਜਿਹੜਾ ਡੈਮੇਜ ਹੋ ਰਿਹਾ ਹੈ, ਉਸ ਦੇ ਨਾਲ ਨਾਲ ਕਿਸਾਨ ਜਿਹੜੀ ਆਪਣੀ ਧਰਤੀ ਹੈ ਉਸ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇ। ਸੋ ਇਸ ਇੰਪੋਰਟੈਂਟ ਮਹੱਤਵਪੂਰਨ ਵਿਸ਼ੇ 'ਤੇ ਅੱਜ ਸਾਡੇ ਨਾਲ ਜਸਵਿੰਦਰ ਸਿੰਘ ਜੀ ਨੇ, ਜਿਹੜੇ ਕਿ ਲੈਕਚਰਰ ਫਿਜ਼ਿਕਸ ਨੇ। ਇਹ ਸਾਇੰਸ ਪ੍ਰਮੋਟ ਕਰਨ ਵਾਸਤੇ ਵੀ, ਉਹਨੂੰ ਪ੍ਰੈਕਟੀਕਲ ਤਰੀਕੇ ਨਾਲ ਸਾਇੰਸ ਨੂੰ ਕਿਸ ਤਰ੍ਹਾਂ ਸਮਝਿਆ ਅਤੇ ਪੜ੍ਹਾਇਆ ਜਾ ਸਕਦਾ ਹੈ, ਉਸ ਖੇਤਰ ਵਿੱਚ ਵੀ ਬਹੁਤ ਕੰਮ ਕਰ ਰਹੇ ਨੇ। ਸੋ ਜਿੱਥੇ ਤੱਕ ਇਹ ਸਟਬਲ ਬਰਨਿੰਗ ਦੀ ਗੱਲ ਹੈ, ਸਰਕਾਰ ਪਿਛਲੇ ਕਾਫੀ ਸਮੇਂ ਤੋਂ, ਕਿਉਂਕਿ ਜਦੋਂ ਇਹ ਬਹੁਤ ਜ਼ਿਆਦਾ ਵੱਧ ਗਿਆ ਔਰ ਬਹੁਤ ਹੈਲਥ ਦਾ ਨੁਕਸਾਨ ਹੋਇਆ, ਵਾਤਾਵਰਣ ਜਿਹੜਾ ਇੱਥੇ ਤੱਕ ਕਿ ਦਿੱਲੀ ਔਰ ਜਿਹੜੇ ਗੁਆਂਢੀ ਰਾਜ ਨੇ ਹਰਿਆਣਾ, ਉੱਥੇ ਵੀ ਕਈ ਵਾਰਾਂ ਤਾਂ ਇੰਨਾ ਜ਼ਿਆਦਾ ਧੂੰਆਂ ਔਰ ਉਹ ਨਾਲ ਧੁੰਦ ਅਤੇ ਮਿੱਟੀ ਮਿਲ ਕੇ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਜਦੋਂ ਹਾਲਾਤ ਹੋਏ ਅਤੇ ਫਿਰ ਸਰਕਾਰਾਂ ਨੂੰ ਕੁਝ ਸਖਤੀ ਵੀ ਕਰਨੀ ਪਈ, ਕਾਨੂੰਨ ਵੀ ਬਣਾਉਣੇ ਪਏ। ਲੇਕਿਨ ਜਿਹੜੇ ਇਹੋ ਜਿਹੇ ਮੁਸ਼ਕਿਲਾਂ ਨੇ ਜਿਹੜੀਆਂ ਸਮਾਜ ਫੇਸ ਕਰ ਰਿਹਾ, ਅਸੀਂ ਫੇਸ ਕਰ ਰਹੇ ਹਾਂ, ਇਹਨਾਂ ਨੂੰ ਸਿਰਫ ਕਾਨੂੰਨ ਨਾਲ ਜਾਂ ਡੰਡੇ ਨਾਲ ਹੀ ਜਿਹੜਾ ਹੈ ਉਹ ਖ਼ਤਮ ਨਹੀਂ ਕੀਤਾ ਜਾ ਸਕਦਾ। ਮੇਰਾ ਤਾਂ ਇਹ ਮੰਨਣਾ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਸਮਾਜਿਕ ਪੱਧਰ 'ਤੇ ਬੁਰਾਈਆਂ ਨੇ ਜਾਂ ਮੁਸ਼ਕਿਲਾਂ ਨੇ, ਉਹਨਾਂ ਨੂੰ ਜਿੰਨਾ ਚਿਰ ਤੱਕ ਆਮ ਆਵਾਮ ਸਮਝੇ ਨਾ, ਉਹਨੂੰ ਹਟਾਉਣ ਵਾਸਤੇ ਦ੍ਰਿੜ ਨਿਸ਼ਚੈ ਨਾ ਕਰੇ, ਯੋਗਦਾਨ ਨਾ ਪਾਵੇ, ਉਹਨਾਂ ਚਿਰ ਤੱਕ ਇਹ ਚੀਜ਼ ਖ਼ਤਮ ਨਹੀਂ ਹੋ ਸਕਦੀ। ਸੋ ਸੇਮ ਇਸ ਜਿਹੜੇ ਪਰਾਲੀ ਸਾੜਨ ਦੇ ਜਿਹੜੇ ਨੁਕਸਾਨ ਹੋ ਰਹੇ ਨੇ, ਉਹਨਾਂ ਬਾਰੇ ਵੀ ਜਿੰਨਾ ਚਿਰ ਤੱਕ ਅਸੀਂ ਖੁਦ ਇਹ ਮਹਿਸੂਸ ਨਾ ਕਰੀਏ ਕਿ ਇਹ ਇੱਕ ਮਾੜੀ ਚੀਜ਼ ਹੈ ਔਰ ਇਹਨੂੰ ਅਸੀਂ ਖ਼ਤਮ ਕਰਨਾ ਹੈ, ਉਹਨਾਂ ਚਿਰ ਤੱਕ ਅਸੀਂ ਇਸ ਤੋਂ ਨਿਜਾਤ ਨਹੀਂ ਪਾ ਸਕਦੇ। ਹੋਰ ਤੁਹਾਨੂੰ ਅੱਜ ਇਹ ਵੀ ਦੱਸਿਆ ਜਾਏਗਾ ਕਿ ਹੁਣ ਅਗਰਚੇ ਜਿਸ ਤਰ੍ਹਾਂ ਉਹ ਪਹਿਲਾਂ ਕਹਿੰਦੇ ਵੀ ਪਰਾਲੀ ਦਾ ਕੀ ਕਰੀਏ, ਸੋ ਹੁਣ ਤਾਂ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਮੈਥਡਸ ਇਸ ਤਰ੍ਹਾਂ ਆ ਗਏ ਨੇ ਕਿ ਅਗਰਚੇ ਪਰਾਲੀ ਤੁਸੀਂ ਉਹਨੂੰ ਸਾੜਨ ਦੀ ਬਜਾਏ ਸਾਂਭ ਲੈਂਦੇ ਹੋ, ਜਾਂ ਸਰਕਾਰ ਨੇ ਜਿਹੜੇ ਹੋਰ ਉਪਰਾਲੇ ਕੀਤੇ ਨੇ, ਸੁਵਿਧਾਵਾਂ ਦਿੱਤੀਆਂ ਨੇ, ਉਹਨਾਂ ਦਾ ਜੇ ਤੁਸੀਂ ਲਾਭ ਉਠਾਉਂਦੇ ਹੋ ਤਾਂ ਤੁਸੀਂ ਇਹਨੂੰ ਮੀਨਿੰਗਫੁਲ ਤਰੀਕੇ ਨਾਲ ਡਿਸਪੋਜ਼ ਆਫ ਵੀ ਕਰ ਸਕਦੇ ਹੋ, ਤੁਹਾਨੂੰ ਇਕਨੋਮਿਕ ਲਾਭ ਵੀ ਹੋ ਸਕਦਾ ਹੈ। ਔਰ ਜਿਹੜੀ ਤੁਸੀਂ ਮਿੱਟੀ, ਜਿਹੜੇ ਕਿ ਬਹੁਤ ਇੰਪੋਰਟੈਂਟ ਤੱਤ ਜਿਹੜੇ ਆ ਸੇਕ ਦੇ ਨਾਲ ਜਾਂ ਅੱਗ ਦੇ ਨਾਲ ਉਹ ਖਰਾਬ ਹੋ ਜਾਂਦੇ ਨੇ, ਗਾਂ ਫਸਲ ਵਾਸਤੇ ਵੀ ਉਹ ਠੀਕ ਨਹੀਂ ਹੁੰਦੇ, ਉਹਨਾਂ ਤੋਂ ਵੀ ਤੁਸੀਂ ਨਿਜਾਤ ਪਾ ਸਕਦੇ ਹੋ, ਉਸ ਖੇਤਰ ਵਿੱਚ ਵੀ ਤੁਹਾਨੂੰ ਲਾਭ ਹੋ ਸਕਦਾ ਹੈ। ਸੋ ਅੱਜ ਦੇ ਜਿਹੜੇ ਮਾਹਰ ਨੇ ਉਹ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੱਸਾਂਗੇ ਔਰ ਮੈਂ ਉਮੀਦ ਕਰਦਾ ਹਾਂ ਕਿ ਜਿੰਨੇ ਜਾਣੇ ਵੀ ਅੱਜ ਇਹ ਪ੍ਰੋਗਰਾਮ ਸੁਣਨਗੇ ਉਹ ਆਪਣੇ ਪੱਧਰ 'ਤੇ ਇਹ ਧਈਆ ਕਰਨਗੇ ਕਿ ਅਸੀਂ ਇਸ ਬੁਰਾਈ ਨੂੰ ਖ਼ਤਮ ਕਰਨਾ ਹੈ। ਔਰ ਜਦੋਂ ਅਸੀਂ ਧਈਆ ਕਰ ਲੈਂਦੇ ਹਾਂ, ਜਦੋਂ ਅਸੀਂ ਡਿਟਰਮੀਨੇਸ਼ਨ ਕਰ ਲੈਂਦੇ ਹਾਂ, ਨਿਸ਼ਚੇ ਕਰ ਲੈਂਦੇ ਹਾਂ, ਤਾਂ ਪੱਕੀ ਗੱਲ ਹੈ ਕਿ ਉਹ ਬੁਰਾਈ ਜਿਹੜੀ ਹੈ ਦੂਰ ਹੋ ਜਾਂਦੀ ਹੈ, ਉਹ ਸਮੱਸਿਆ ਜਿਹੜੀ ਉਹ ਹੱਲ ਹੋ ਜਾਂਦੀ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਇੱਕ ਵਾਰ ਤੁਹਾਡਾ ਧੰਨਵਾਦ ਵੀ ਕਰਦਾ ਹਾਂ, ਜੀ ਆਇਆਂ ਨੂੰ ਵੀ ਕਹਿੰਦਾ ਅੱਜ ਦੇ ਪ੍ਰੋਗਰਾਮ ਵਾਸਤੇ। ਹੋਰ ਮੈਂ ਬੇਨਤੀ ਕਰਦਾ ਹਾਂ ਜਸਵਿੰਦਰ ਸਿੰਘ ਜੀ ਨੂੰ ਕਿ ਪਲੀਜ਼ ਤੁਸੀਂ ਅੱਜ ਦਾ ਇਹ ਰੂਬਰੂ ਹੋ ਸਾਡੇ ਬੱਚਿਆਂ ਨਾਲ, ਸਾਡੇ ਅਧਿਆਪਕਾਂ ਨਾਲ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ MS ਸਰਕਾਰੀਆ ਜੀ, ਸਾਡੇ ਡਾਇਰੈਕਟਰ SCRT, ਜੋ ਕਿ ਇੱਕ ਬਹੁਤ ਲਰਨਡ ਪਰਸਨੈਲਿਟੀ ਹੈ ਔਰ ਖੁਦ ਵੀ ਮਤਲਬ ਹਰ ਸਮੇਂ ਤਤਪਰ ਰਹਿੰਦੇ ਆ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਆਪਣੇ ਪੱਧਰ 'ਤੇ ਜ਼ਮੀਨੀ ਜੋ ਹਕੀਕਤ ਹੈ ਉਸ ਦੇ ਵਿੱਚ ਲਿਆ ਕੇ ਇਸ ਨੂੰ ਅਸੀਂ ਲਾਗੂ ਕਰੀਏ। ਲਾਗੂ ਕਰਨਾ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ, ਡਾਕਟਰ ਸਾਹਿਬ ਨੇ ਕਿ ਇਹ ਸਾਡਾ ਇਕੱਲੇ ਦਾ ਫਰਜ਼ ਬਣਦਾ ਕਿ ਆਪਾਂ ਤੁਹਾਨੂੰ ਵਿਦਿਆਰਥੀਆਂ ਨੂੰ ਕਿਉਂ ਦੱਸਿਆ ਜਾਵੇ, ਕਿਉਂਕਿ ਤੁਸੀਂ ਆਉਣ ਵਾਲਾ ਭਵਿੱਖ ਹੋ ਸਾਡਾ। ਤੁਸੀਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਇਹਨਾਂ ਕੁਰਸੀਆਂ 'ਤੇ ਬਿਰਾਜਣਾ। ਅਤੇ ਤੁਸੀਂ ਜੇ ਇਹਨਾਂ ਚੀਜ਼ਾਂ ਨੂੰ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਸਮਝ ਲਓਗੇ ਨਾ,
ਕਿ ਵਾਕਈ ਹਾਂ ਇਹ ਹੋਇਆ ਸੀ। ਦੇਖੋ ਮੈਂ ਤੁਹਾਨੂੰ ਸਕਰੀਨ ਤੇ ਜੋ ਦਿਖਾ ਰਿਹਾ ਸਟਬਲ ਬਰਨਿੰਗ, ਪਰਾਲੀ ਨੂੰ ਸਾੜਨਾ, ਜੋ ਅੱਜ ਦਾ ਸਾਡਾ ਬਹੁਤ ਹੀ ਹੌਟ ਟੌਪਿਕ ਹੈ ਔਰ ਬੜਾ ਭਖਦਾ ਮੁੱਦਾ ਹੈ ਇਸ ਗੱਲ ਦਾ ਕਿ ਕਿਵੇਂ ਅੱਗ ਲੱਗੀ ਪਈ ਹੈ। ਦੇਖੋ ਹੈ ਨਾ, ਕਿਵੇਂ ਸੜ ਰਿਹਾ ਹੈ, ਤੇ ਸੜ ਰਹੀ ਕੋਈ ਚੀਜ਼ ਹੁੰਦੀ ਹੈ ਜਿਹੜੀ ਉਸ ਵਕਤ ਧੂਆਂ ਵੀ ਨਿਕਲਦਾ ਹੈ ਤੇ ਗਰਮੀ ਉਹਦੇ ਨੇੜੇ ਕਿੰਨੀ ਹੁੰਦੀ ਹੋਊਗੀ। ਤੇ ਇਮੇਜਿਨ ਕਰੋ ਵੀ ਉਹ ਜੀਵ ਜੰਤੂਆਂ ਦਾ ਕੀ ਹਾਲ ਹੋ ਰਿਹਾ ਹੋਊਗਾ ਜਿਹੜੇ ਉਸ ਜ਼ਮੀਨੀ ਸੱਤਾ ਦੇ ਥੱਲੇ ਹੋਣਗੇ। ਜਰਾ ਜੀ ਅੱਗ ਲੱਗੀ ਹੋਵੇ ਨਾ ਤੇ ਅਸੀਂ ਕਹਿੰਦੇ ਆ ਓਹੋ ਹੋ, ਕਿਚਨ ਦੇ ਵਿੱਚ ਗੈਸ ਚੱਲ ਰਹੀ ਹੈ ਨਾ ਤੇ ਬਰਨਰ ਚੱਲ ਰਹੇ ਆ ਤੇ ਤਵਾ ਉੱਤੇ ਰੱਖਿਆ ਹੋਇਆ ਤੇ ਇੰਨੀ ਹੀਟ ਆ ਰਹੀ ਹੁੰਦੀ ਹੈ, ਬਸ ਹੋਈ ਵੀ ਹੁੰਦੀ ਹੈ ਵੀ ਓਹੋ ਹੋ। ਤੇ ਜਸਟ ਇਮੇਜਿਨ ਕਰੋ ਵੀ ਇੱਕ ਬਰਨਰ ਹੈ ਜਿਹੜਾ ਇੰਨੀ ਹੀਟ ਦਿੰਦਾ ਹੈ ਤੇ ਇੰਨੇ ਸਾਰੇ ਏਕੜ ਜਦੋਂ ਜਿਹੜੀ ਇਹ ਪਰਾਲੀ ਹੈ ਜਿਸ ਨੂੰ ਅੱਗ ਲਗਾਈ ਜਾਂਦੀ ਹੈ ਤੇ ਉਸ ਵਕਤ ਹਾਲ ਕੀ ਹੁੰਦਾ ਹੋਊਗਾ। ਇਮੇਜਿਨ ਕਰੀਏ, ਅਸੀਂ ਸੋਚੀਏ, ਉਹ ਅੱਗ ਨੂੰ ਮਹਿਸੂਸ ਕੀਤਾ ਜਾਵੇ ਵੀ ਉਹ ਅੱਗ ਹੈ ਨਾ। ਜ਼ਰਾ ਜੀ ਦੇਖੋ, ਸੂਰਜ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈ ਤੇ ਧੁੱਪੇ ਮਾੜਾ ਜਿਹਾ ਬੈਠਣਾ ਪੈ ਜੇ ਤਾਂ ਬੱਸ ਹੋ ਜਾਂਦੀ ਹੈ, ਤੇ ਅੱਗ ਤਾਂ ਫਿਰ ਸਾਡੇ ਨੇੜੇ ਦਾ ਹੀ ਹੈ ਮਸਲਾ। ਤੇ ਤੁਸੀਂ ਦੇਖੋ ਵੀ ਉਸ ਅੱਗ, ਜਿਵੇਂ ਆਪਾਂ ਲੋਹੜੀ ਵੇਲੇ ਦੇਖਦੇ ਹਾਂ ਨਾ, ਲੱਕੜਾਂ ਬਾਲ ਕੇ ਬੈਠਦੇ ਹਾਂ ਤੇ ਅਸੀਂ ਕਹਿੰਦੇ ਉਹ ਥੋੜਾ ਜਿਹਾ ਪਰਾਂ ਕਰੋ ਪਰਾਂ ਕਰੋ, ਮਤਲਬ ਉਨੀ ਕੁ ਅੱਗ ਨਹੀਂ ਸਹਾਰੀ ਜਾ ਰਹੀ। ਤੇ ਫਿਰ ਇਸ ਪਰਾਲੀ ਤੋਂ ਲੱਗੀ ਹੋਈ ਅੱਗ ਤਾਂ ਸਾਡੇ ਲਈ ਕਿੰਨੀ ਕੁ ਘਾਤਕ ਹੋਊਗੀ, ਇਮੇਜਿਨ ਕਰ ਸਕਦੇ ਹਾਂ। ਕੋਹਾਂ ਦੂਰੀਆਂ ਤੱਕ ਮਤਲਬ ਇਸ ਦਾ ਪ੍ਰਭਾਵ ਜਾਂਦਾ ਹੈ ਔਰ ਉਹ ਹਵਾ ਦੇ ਚੱਲਣ ਦੇ ਨਾਲ ਜਿਹੜਾ ਧੂਆਂ ਫਿਰ ਉਸ ਦੇ ਵਿੱਚ ਫੈਲਦਾ ਉਹ ਕਿਵੇਂ ਅੱਗੇ ਵੱਧਦਾ। ਤਾਂ ਗੱਲ ਕਰੀਏ ਸਟਬਲ, ਪਰਾਲੀ ਹੈ ਕੀ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਹੈਗੀਆਂ ਕਲਾਸੀਫਿਕੇਸ਼ਨ ਆਫ ਕ੍ਰੌਪਸ ਕੀਤੀ ਗਈ ਹੈ, ਫਸਲਾਂ ਜਿਹੜੀਆਂ ਖਰੀਫ ਦੀਆਂ ਫਸਲਾਂ ਤੇ ਰੱਬੀ ਦੀਆਂ ਫਸਲਾਂ ਮੇਨ ਸਾਡੇ ਕੋਲ, ਜਿਹੜੀਆਂ ਮਾਨਸੂਨ ਦੀਆਂ ਕ੍ਰੌਪਸ ਹੈ ਜਿਨ੍ਹਾਂ ਦੇ ਵਿੱਚ ਸਾਡਾ ਮਤਲਬ ਜੂਨ ਦੇ ਵਿੱਚ ਅਸੀਂ ਪਲਾਂਟ ਕਰਦੇ ਹਾਂ ਤੇ ਉਹਨਾਂ ਨੂੰ ਅਕਤੂਬਰ ਦੇ ਵਿੱਚ ਹਾਰਵੈਸਟ ਕਰ ਲੈਂਦੇ ਹਾਂ। ਮੋਸਟਲੀ ਥੋੜਾ ਬਹੁਤਾ ਸਮਾਂ ਇੱਧਰ ਉੱਧਰ ਹੋ ਜਾਂਦਾ। ਤੇ ਜਿਵੇਂ ਰੱਬੀ ਦੀਆਂ ਫਸਲਾਂ ਹੈਗੀਆਂ ਸਾਡੀਆਂ, ਕਣਕ ਹੈ, ਫਿਰ ਉਸ ਤੋਂ ਬਾਅਦ ਅਸੀਂ ਕਣਕ ਨੂੰ ਲਗਾਉਂਦੇ ਹਾਂ, ਉਹਦੀ ਬਿਜਾਈ ਹੈ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ। ਪਰ ਜਿਹੜਾ ਰਾਈਸ, ਝੋਨਾ ਜਿਸ ਨੂੰ ਅਸੀਂ ਪੰਜਾਬੀ ਚ ਕਹਿ ਦਿੰਦੇ ਹਾਂ, ਕਿ ਉਸ ਦੇ ਕੱਟਣ ਤੋਂ ਬਾਅਦ 6-6 ਇੰਚ ਦੇ ਜਿਹੜੇ ਕਤਰੇ ਰਹਿ ਜਾਂਦੇ ਹੈ ਨਾ, ਉਹ ਕਰਜ਼ਿਆਂ ਨੂੰ ਫਿਰ ਅਸੀਂ ਕੀ ਕਰਦੇ ਹਾਂ ਕਿ ਛੇਤੀ ਦੇ ਨਾਲ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਉਸ ਨੂੰ ਅੱਗ ਲਗਾਉਣ ਦਾ ਉਪਰਾਲਾ ਜਿਹੜਾ ਸ਼ੁਰੂ ਕੀਤਾ। ਕਿਉਂ? ਕਿਉਂਕਿ ਇਹ ਸਾਨੂੰ ਲੱਗਦਾ ਵੀ ਬੜਾ ਆਸਾਨ ਤਰੀਕਾ, ਵੀ ਇੱਕ ਵਾਰੀ ਦੇਖੋ ਅੱਗ ਲਗਾਉਣੀ ਬੜੀ ਸੌਖੀ ਹੈ ਪਰ ਅੱਗ ਬੁਝਾਉਣੀ ਬਹੁਤ ਔਖੀ ਹੈ। ਅੱਗ ਲਗਾਉਣ ਲਈ ਤਾਂ ਇੱਕ ਤਿੱਲੀ, ਮਤਲਬ ਛੋਟੀ ਜਿਹੀ ਇੱਕ ਤਿੱਲੀ, ਉਹ ਬਹੁਤ ਹੈ, ਪਰ ਉਸ ਨੂੰ ਬੁਝਾਉਣ ਦੇ ਲਈ ਲੱਖਾਂ ਟੈਂਕਰ ਪਾਣੀ ਦੇ ਆ ਜਾਣ, ਫਾਇਰ ਬ੍ਰਿਗੇਡਸ ਬੁਲਾ ਲਈਏ, ਤਾਂ ਕਾਬੂ ਨਹੀਂ ਹੋ ਸਕਦੀ। ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਨੂੰ ਸੋਚ ਲੈਣਾ ਚਾਹੀਦਾ ਵੀ ਮੈਂ ਕਰਨ ਕੀ ਜਾ ਰਿਹਾ। ਬੇਸ਼ੱਕ ਕੁਝ ਹੈ ਤਾਂ ਇੱਕ ਛੋਟੀ ਜਿਹੀ ਤਿੱਲੀ ਜਿਹੜੀ ਮੈਂ ਉੱਥੇ ਪਰਾਲੀ ਨੂੰ ਲਗਾਉਣ ਜਾ ਰਿਹਾ ਜਾਂ ਨਾੜ ਨੂੰ ਲਗਾਉਣ ਜਾ ਰਿਹਾ। ਤੋ ਇਹਨਾਂ ਫਸਲਾਂ ਦੇ ਬਾਰੇ ਆਪਾਂ ਜੋ ਗੱਲਾਂ ਕਰ ਰਹੇ ਹਾਂ, ਪਰਾਲੀ ਵਾਢੀ ਤੋਂ ਬਾਅਦ ਮਿੱਟੀ ਦੀ ਸਤ੍ਹਾ ਤੇ ਛੱਡੇ ਹੋਏ ਪੌਦਿਆਂ ਦੀ ਤੂੜੀ ਹੈ। ਹੁਣ ਉਸ ਦੇ ਵਿੱਚੋਂ ਅਸੀਂ ਜਿਹੜੇ ਉਹ ਕਰਚੇ ਹੈਗੇ ਆ ਉਹਨਾਂ ਨੂੰ ਕੱਟ ਕੇ ਜਿਹੜੀ ਤੂੜੀ ਆਲੇ ਦੁਆਲੇ ਫੈਲ ਜਾਂਦੀ ਹੈ ਤੇ ਉਹ ਸਾਰਾ ਹੀ ਸਿਸਟਮ ਹੈ ਜਿਹੜਾ ਉੱਥੇ ਖਿਲਾਰ ਦਿੱਤਾ ਜਾਂਦਾ, ਚਾਹੇ ਉਹ ਕੰਬਾਈਨ ਨਾਲ ਅਸੀਂ ਉਸ ਨੂੰ ਹਾਰਵੈਸਟ ਕਰ ਰਹੇ ਹਾਂ। ਉਸ ਵਾਢੀ ਤੋਂ ਬਾਅਦ ਜਿਹੜਾ ਖੇਤ ਦੇ ਵਿੱਚ ਇਹ ਪਿਆ ਸਾਰਾ ਕੁਝ, ਤਾਂ ਉਸ ਨੂੰ ਅਸੀਂ ਫਿਰ ਅਗਲੀ ਬਿਜਾਈ ਕਰਨ ਦੇ ਲਈ ਜਦੋਂ ਤਿਆਰੀ ਕਰਦੇ ਹਾਂ ਤਾਂ ਸਾਨੂੰ ਇਹ ਹੁੰਦਾ ਵੀ ਫਟਾਫਟ ਇਸ ਨੂੰ ਬਸ ਡਿਸਪੋਜ਼ ਆਫ ਕਰੀਏ, ਖਤਮ ਕਰੀਏ। ਤਾਂ ਉਹਨੂੰ ਖਤਮ ਕਰਨ ਦਾ ਅਸੀਂ ਇੱਕ ਸੌਖਾ ਜਿਹਾ ਤਰੀਕਾ ਲੱਭ ਲਿਆ ਵੀ ਇਕੱਠਾ ਕਰੋ ਤੇ ਅੱਗ ਲਾ ਦਿਓ। ਚੱਲ, ਜਿਵੇਂ ਅਸੀਂ ਸਕੂਲ ਦੇ ਵਿੱਚ ਕੀਤਾ, ਕਾਗਜ਼ ਇਕੱਠੇ ਕੀਤੇ, ਅੱਗ ਲਾ ਦਿਓ। ਉਹ ਨੋ ਭਾਈ, ਨਹੀਂ। ਕੰਪੋਸਟ, ਖਾਦ ਬਣਾਉਣੀ ਸ਼ੁਰੂ ਕਰੋ, ਉਹਨਾਂ ਕਾਗਜ਼ਾਂ ਨੂੰ ਰੀਸਾਈਕਲ ਕਰਨਾ ਸ਼ੁਰੂ ਕਰੋ, ਨਵੇਂ-ਨਵੇਂ ਪ੍ਰੋਜੈਕਟ ਬਣਾਓ। ਅੱਜ ਦਾ ਯੁੱਗ ਕਿੱਥੇ ਜਾ ਰਿਹਾ ਤੇ ਅਸੀਂ ਉਹ ਅੱਗਾਂ ਲਾਉਣ ਤੇ ਬੈਠੇ ਹੋਏ ਹਾਂ। ਮੈਂ ਕਹਿੰਦਾ ਹਰ ਬੱਚਾ ਇਸ ਗੱਲ ਨੂੰ ਮਹਿਸੂਸ ਕਰੇ ਵੀ ਕਿਸੇ ਨੂੰ ਇਜਾਜ਼ਤ ਨਹੀਂ ਹੋਊਗੀ ਸਕੂਲ ਦੇ ਵਿੱਚ ਵੀ ਕੋਈ ਕਾਗਜ਼ ਨੂੰ ਵੀ ਅੱਗ ਲਾ ਜੇ, ਤਾਂ ਉਸ ਨੂੰ ਅਸੀਂ ਇਕੱਠਾ ਕਰਾਂਗੇ। ਇਕੱਠਾ ਕਰਕੇ ਉਹਦੀ ਕੰਪੋਸਟ ਤਿਆਰ ਕਰਨ ਦੇ ਲਈ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ ਤਾਂ ਉਹ ਕੰਪੋਸਟ ਯੂਨਿਟਸ ਤਿਆਰ ਕਰੀਏ ਅਸੀਂ। ਇਸ ਤਰ੍ਹਾਂ ਹੀ ਪਰਾਲੀ ਦੇ ਜਿਹੜੇ ਸਾਡੇ ਕੋਲ ਮਤਲਬ ਵੀ ਹੋਰ ਜ਼ਿਆਦਾ ਸਾਧਨ ਅਸੀਂ ਲੱਭੇ ਹੈ ਵੀ ਇਸ ਨੂੰ ਕਿਸ ਤਰ੍ਹਾਂ ਅੱਗ ਲਾਣੋਂ ਰੋਕਿਆ ਜਾਵੇ। ਕਿਉਂਕਿ ਅੱਗ ਲਾਣ ਦੇ ਨਾਲ ਕੀ ਹੋਇਆ, ਸਾਡੇ ਕੋਲ ਖੇਤਾਂ ਦੀ ਰਹਿੰਦ ਖੂੰਹਦ ਜਿਹੜੀ ਹੈ ਉਹ ਪ੍ਰਦੂਸ਼ਣ ਦਾ ਮੁੱਖ ਕਾਰਨ। ਦੇਖੋ ਤੁਸੀਂ ਦੇਖ ਰਹੇ ਹੋਵੋਗੇ ਤਸਵੀਰ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਕਿੰਨਾ ਡੈਂਸ ਧੂਆਂ, ਔਰ ਉਹ ਵਿਅਕਤੀ ਦੇ ਕੋਈ ਮਾਸਕ ਨਹੀਂ ਲੱਗਿਆ ਹੋਇਆ। ਤੇ ਮੇਰੇ ਖਿਆਲ ਤੇ ਜੋ ਮਾਸਕ ਲਗਾ ਲੇ ਤੇ ਉਹਦਾ ਸਾਹ ਹੋਰ ਔਖਾ ਹੋ ਜਾਊਗਾ। ਤੇ ਜਸਟ ਇਮੇਜਿਨ ਕਿ ਆਕਸੀਜਨ ਜਿਹੜੀ ਹਵਾ ਅੰਦਰ ਜਾ ਰਹੀ ਹੈ ਉਸ ਦੇ ਵਿੱਚੋਂ ਫੇਫੜਿਆਂ ਨੇ ਆਕਸੀਜਨ ਨੂੰ ਐਕਸਟ੍ਰੈਕਟ ਕਰਨਾ ਹੈ। ਤੇ ਪਰ ਇਸ ਦੇ ਵਿੱਚ ਕੀ ਹੈ, ਮੈਂ ਤੁਹਾਨੂੰ ਦੱਸਣ ਜਾ ਰਿਹਾ, ਇਹ ਸਾਇੰਸ ਦੀ ਪੜ੍ਹਾਈ ਹੈ ਬੇਟੇ ਸਾਰੀ। ਉਹ ਦੱਸ ਰਹੀ ਹੈ ਕਿ ਜਦੋਂ ਕਿਸੇ ਚੀਜ਼ ਨੂੰ ਅੱਗ ਲਗਾਈ ਜਾਂਦੀ ਹੈ ਨਾ ਤਾਂ ਉੱਥੇ ਆਕਸੀਜਨ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਉਹ ਆਕਸੀਜਨ ਕੰਜ਼ਿਊਮ ਹੋ ਜਾਂਦੀ ਹੈ ਤੇ ਉੱਥੇ ਜੇ ਆਕਸੀਜਨ ਦੀ ਮਾਤਰਾ ਘੱਟ ਤਾਂ ਕਾਰਬਨ ਮੋਨੋਆਕਸਾਈਡ ਬਣ ਜਾਂਦੀ ਹੈ। ਤੇ ਉਹ ਕਾਰਬਨ ਮੋਨੋਆਕਸਾਈਡ ਹੈ ਜਿਹੜੀ 200 ਗੁਣਾ ਜ਼ਿਆਦਾ ਹਾਰਮਫੁਲ ਹੈ ਕਾਰਬਨ ਡਾਈਆਕਸਾਈਡ ਦੇ ਨਾਲੋਂ। ਜਸਟ ਇਮੇਜਿਨ
ਕਿ ਕਾਰਬਨ ਡਾਈਆਕਸਾਈਡ, ਜੇ ਅਸੀਂ ਕੋਲੇ ਨੂੰ ਜਲਾਉਂਦੇ ਹਾਂ ਤਾਂ ਕਹਿੰਦੇ ਜੀ ਕਾਰਬਨ ਡਾਈਆਕਸਾਈਡ ਬਣ ਗਈ ਜੀ, ਫਿਰ ਉਹ ਕਾਰਬਨ ਮੋਨੋਆਕਸਾਈਡ ਦਾ ਰੂਪ ਅਖਤਿਆਰ ਕਰ ਗਈ ਜਦੋਂ ਆਕਸੀਜਨ ਦੀ ਮਾਤਰਾ ਘਟਣ ਲੱਗੀ। ਤਾਂ ਉਹ ਕਾਰਬਨ ਮੋਨੋਆਕਸਾਈਡ ਦੇ ਨਾਲ ਕਈ ਵਾਰੀ ਇਹ ਸੁਣਨ ਦੇ ਵਿੱਚ ਆਇਆ ਕਿ ਬੰਦਾ ਜਿਹੜਾ ਅੱਗ ਲਗਾ ਰਿਹਾ ਸੀਗਾ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਉਸ ਤੋਂ ਬਾਅਦ ਉਹਨੂੰ ਜਿੰਨੇ ਤੱਕ ਹਸਪਤਾਲ ਲੈ ਕੇ ਜਾਂਦੇ ਸੀ ਉਸ ਦੀ ਵੀ ਮੌਤ ਹੋ ਗਈ। ਤਾਂ ਕਿੰਨਾ ਖਤਰਨਾਕ ਹੈ ਜਸਟ ਸੋਚਿਆ ਜਾਵੇ ਤਾਂ ਪਰ ਇਸ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਅਭਿਆਸ ਹੈ ਜਿਹੜਾ ਅਸੀਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਹੈ ਨਾ, ਇਹਨਾਂ ਇਲਾਕਿਆਂ ਦੇ ਵਿੱਚ ਕਰਦੇ ਹਾਂ। ਦੇਖੋ ਹਰਿਆਵਲ ਤੇ ਹੁਣ ਤੁਸੀਂ ਪਿਛਲੀ ਤਸਵੀਰ ਦੇਖੋ ਨਾ, ਤੇ ਇਸ ਨੂੰ ਦੇਖ ਕੇ ਮਨ ਨੂੰ ਕੈਸਾ ਮਹਿਸੂਸ ਹੋ ਰਿਹਾ ਔਰ ਇਸ ਤਸਵੀਰ ਨੂੰ ਦੇਖ ਕੇ ਅਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹਾਂ। ਮਨ ਖਿੜ ਜਾਂਦਾ ਹੈ ਕਿ ਹਰਿਆਵਲ ਕਿਆ ਬਾਤ ਹੈ। ਤਾਂ ਇਸ ਕਰਕੇ ਸਾਨੂੰ ਇਹ ਸੋਚਣਾ ਪਏਗਾ, ਪੰਜਾਬ ਤੋਂ ਬਾਅਦ ਹਰਿਆਣੇ ਦਾ ਨੰਬਰ ਆਉਂਦਾ। ਪੰਜਾਬ ਸਾਡਾ ਬਹੁਤ ਅੱਗੇ ਲੰਘ ਚੁੱਕਿਆ ਇਸ ਕੰਮ ਦੇ ਵਿੱਚ, ਲੇਕਿਨ ਕਣਕ ਦੀ ਨਾੜ ਨੂੰ ਅੱਗ ਲਗਾਉਣ ਦੇ ਵਿੱਚ ਉੱਤਰ ਪ੍ਰਦੇਸ਼ ਦਾ ਨੰਬਰ 1 ਆਉਂਦਾ। ਚਾਹੇ ਸਾਡਾ ਉੱਤਰ ਪ੍ਰਦੇਸ਼ ਹੈ, ਚਾਹੇ ਸਾਡਾ ਪੰਜਾਬ ਹੈ, ਚਾਹੇ ਸਾਡਾ ਹਰਿਆਣਾ ਹੈ, ਹਾਂ ਤਾਂ ਅਸੀਂ ਸਾਰੇ ਭਾਰਤ ਦੇ ਵਾਸੀ ਨਾ, ਸਾਰਿਆਂ ਦੀ ਸਿਹਤ ਦਾ ਖਿਆਲ ਤਾਂ ਅਸੀਂ ਰੱਖਣਾ ਹੈ ਨਾ। ਤਾਂ ਇਸ ਕਰਕੇ ਸਾਨੂੰ ਅਗਲੀ ਕਾਸ਼ਤ ਲਈ ਜ਼ਮੀਨ ਤਿਆਰ ਕਰਨ ਲਈ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਉਸ ਨੂੰ ਸੋਚ ਸਮਝ ਕੇ ਕਰਨਾ ਪਊਗਾ। ਸਾਨੂੰ ਇੱਕਦਮ ਇਹ ਚੀਜ਼ਾਂ ਨਹੀਂ ਸੋਚਣੀਆਂ ਹੈਗੀਆਂ ਵੀ ਚਲੋ ਜੀ ਅੱਗ ਲਾਇਆ ਤੇ ਕੰਮ ਖਤਮ। ਨਹੀਂ, ਤੁਸੀਂ ਇਮੇਜਿਨ ਕਰਕੇ ਦੇਖੋ ਕਿ ਉਸ ਧਰਤੀ ਦਾ ਤਾਪਮਾਨ ਕਿੰਨਾ ਵੱਧ ਗਿਆ ਹੋਊਗਾ ਉਸ ਟਾਈਮ ਦੇ ਉੱਤੇ, ਔਰ ਉਸ ਦੇ ਨੀਚੇ ਰਹਿਣ ਵਾਲੇ ਜਿਹੜੇ ਜੀਵ ਹੈ ਉਹਨਾਂ ਦਾ ਕੀ ਹਾਲ ਹੋ ਰਿਹਾ ਹੋਊਗਾ। ਕਿਉਂਕਿ ਧਰਤੀ ਦੇ ਵਿੱਚ ਜਿਹੜੀ ਆਪਣੀ ਸੋਇਲ ਹੈ, ਮਿੱਟੀ ਹੈ, ਉਸ ਦੇ ਵਿੱਚ ਛੋਟੇ ਛੋਟੇ ਪੋਰਸ ਹੈ ਜਿੱਥੋਂ ਕਿ ਹਵਾ ਅੰਦਰ ਜਾਂਦੀ ਹੈ, ਬਾਹਰ ਆਉਂਦੀ ਹੈ ਨਾ। ਤਾਂ ਉਹ ਜਿਹੜੇ ਉਹ ਕਿੱਥੋਂ ਸਾਹ ਲੈ ਰਹੇ ਹੋਣਗੇ? ਸਾਡੇ ਤੋਂ ਕੋਲ ਖੜ ਕੇ ਨਹੀਂ ਸਾਹ ਲਿਆ ਜਾਂਦਾ। ਤਾਂ ਜਸਟ ਇਮੇਜਿਨ ਕਰੀਏ ਅਸੀਂ। ਲੇਕਿਨ ਇਸ ਦੇ ਨਾਲ ਹੋ ਕੀ ਰਿਹਾ? ਵਾਤਾਵਰਣ ਦੇ ਵਿੱਚ ਕਾਰਬਨ ਮੋਨੋਆਕਸਾਈਡ, ਮੀਥੇਨ, ਕਾਰਸੀਨੋਜੈਨਿਕ, ਪੋਲੀਸਾਈਕਲਿਕ, ਐਰੋਮੈਟਿਕ ਹਾਈਡਰੋਕਾਰਬਨਸ, ਇਹ ਜਿਹੇ ਮਿਸ਼ਰਣ ਜਿਨ੍ਹਾਂ ਨੂੰ ਅਸੀਂ ਮਤਲਬ ਧੂਏ ਦੀ ਇੱਕ ਸੰਘਣੀ ਜਿਹੀ ਚਾਦਰ ਵਿਛ ਗਈ ਸਾਡੇ ਆਲੇ ਦੁਆਲੇ। ਤਾਂ ਕਈ ਵਾਰੀ ਤਾਂ ਇਹ ਹੁੰਦਾ ਕਿ ਕੋਈ ਬਾਈਕ ਤੇ ਜਾ ਰਿਹਾ ਹੈ, ਕੋਈ ਕਾਰ ਤੇ ਜਾ ਰਿਹਾ ਹੈ, ਕੋਈ ਬੱਸ ਤੇ ਜਾ ਰਿਹਾ ਹੈ, ਤੇ ਅੱਗੇ ਜੇ ਧੂਆਂ ਸੜਕ ਤੇ ਆ ਜਾਵੇ ਤਾਂ ਕਿੰਨੇ ਐਕਸੀਡੈਂਟਾਂ ਦਾ ਕਾਰਨ ਬਣ ਜਾਂਦਾ। ਤਾਂ ਜਸਟ ਇਮੇਜਿਨ ਕਰੋ ਵੀ ਅਸੀਂ ਆਪਣਾ ਨੁਕਸਾਨ ਆਪ ਨਹੀਂ ਕਰ ਰਹੇ। ਮੇਰੇ ਖਿਆਲ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੀ ਟਾਹਣੀ ਦੇ ਉੱਤੇ ਅਸੀਂ ਬੈਠੇ ਹਾਂ ਉਸੇ ਟਾਹਣੀ ਨੂੰ ਕੱਟ ਰਹੇ ਹਾਂ। ਤਾਂ ਇਹ ਸੋਚਣਾ ਪਏਗਾ। ਇਹ ਤੁਹਾਡੇ ਲਈ ਇਸ ਲਈ ਜ਼ਰੂਰੀ ਹੈ ਕਿ ਹਰ ਬੱਚਾ ਘਰ ਦੇ ਵਿੱਚ ਜਾ ਕੇ ਇਹ ਗੱਲ ਦੱਸੇ, ਸਮਝਾਵੇ ਕਿ ਆਹ ਦੇਖੋ ਕੀ ਹਾਲ ਹੋ ਰਿਹਾ, ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਫਿਰ ਅਸੀਂ ਬੋਰੀਆਂ ਦੀਆਂ ਬੋਰੀਆਂ ਲਿਆ ਕੇ ਖਾਦਾਂ ਦੀਆਂ ਪਾਣੀਆਂ ਸ਼ੁਰੂ ਕਰ ਦਿੰਦੇ ਹਾਂ, ਹੈ ਨਾ। ਤੇ ਉਹ ਖਾਦ ਜਿਹੜੀ ਹੈ ਉਹ ਸਾਡੀ ਸਿੰਥੈਟਿਕ, ਸਾਡੇ ਮਨੁੱਖ ਦੁਆਰਾ ਬਣਾਈ ਹੈ, ਲੇਕਿਨ ਇੱਕ ਕੁਦਰਤੀ ਖਾਦ ਹੈ, ਉਹਦਾ ਕੀ ਪ੍ਰਭਾਵ ਹੈ ਅਸੀਂ ਇਹ ਸੋਚ ਸਕਦੇ ਹਾਂ। ਹੁਣ ਜਦੋਂ ਇਸ ਨੂੰ ਅੱਗ ਲਗਾਤੀ, ਕਈ ਜਗ੍ਹਾ ਤੇ ਅੱਗ ਲੱਗੀ ਹੋਣ ਰਹਿਣ ਤੋਂ ਫਿਰ ਉਹ ਧੂਆਂ ਇਕੱਲਾ ਰਹਿ ਜਾਂਦਾ, ਉੱਥੇ ਅੱਗ ਮਤਲਬ ਲੱਗੀ ਨਹੀਂ ਰਹਿੰਦੀ ਹੈ, ਧੂਆਂ ਚੱਲੀ ਜਾਂਦਾ। ਲੇਕਿਨ ਉਸ ਦੇ ਅੰਦਰ ਜਿਹੜੀ ਹੈ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਗਰਮੀ ਮਿੱਟੀ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਜਿਹਦੇ ਨਾਲ ਉਪਯੋਗੀ ਰੋਗਾਣੂ ਹੈ ਜਿਹੜੇ ਤੇ ਨਮੀ ਹੈ ਜਿਹੜੀ, ਮਤਲਬ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਅੱਗ ਨੇ ਪਾਣੀ ਨੂੰ ਸਾੜਨਾ ਹੈ। ਅੱਗ ਦਾ ਕੰਮ ਕੀ ਹੈ ਵੀ ਜਿਹੜੀ ਚੀਜ਼ ਇਹਦੇ ਰਸਤੇ 'ਚ ਆ ਗਈ ਉਹਨੂੰ ਸਾੜ ਦੇਣਾ, ਇਹਨੇ ਨਹੀਂ ਦੇ ਲਿਹਾਜ਼ ਕਰਨੀ ਕਿਸੇ ਨਾਲ। ਤੇ ਹਾਲ ਦੇ ਸਮੇਂ 'ਚ ਹੁਣ ਦੇਖੋ ਤੁਸੀਂ, ਜਦੋਂ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ, ਸਰਦੀਆਂ ਆ ਜਾਣਗੀਆਂ, ਤਾਂ ਸਰਦੀਆਂ ਦੇ ਵਿੱਚ ਅਕਸਰ ਕੀ ਹੋਇਆ ਕਰਦਾ, ਕਹਿੰਦੇ ਜੀ ਧੂਏ ਤੇ ਧੁੰਦ, ਇੱਕ ਤਾਂ ਧੁੰਦ ਆ ਗਈ, ਇੱਕ ਇੱਧਰੋਂ ਧੂਆਂ ਕਰਤਾ, ਪਰਾਲੀ ਸਾੜ ਕੇ, ਨਾੜ ਸਾੜ ਕੇ, ਤੇ ਉਹ ਧੂਆਂ ਤੇ ਧੁੰਦ ਮਿਲ ਕੇ ਕੀ ਬਣ ਜਾਂਦਾ? ਸਮੋਕ ਐਂਡ ਫੋਗ। ਸਮੋਕ ਪਲੱਸ ਫੋਗ, ਉਹਦਾ ਨਾਮ ਵਿਗਿਆਨੀਆਂ ਨੇ ਦਿੱਤਾ ਸਮੋਗ, SMOG। ਤਾਂ ਉਹ ਜਿਹੜਾ ਸਾਡੇ ਲਈ ਉਹ ਸਮੋਗ ਹੈ ਨਾ, ਧੂਆਂ ਪਲੱਸ ਧੁੰਦ, ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਸਕਦਾ। ਕਿਉਂਕਿ ਜੇ ਸਾਹ ਦੀ ਸਮੱਸਿਆ ਹੋ ਗਈ ਸਾਨੂੰ, ਦੇਖੋ ਉਹ ਜੋ 2 ਲੇਡੀਜ਼ ਆ ਰਹੀਆਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੋਈ ਆਪਣੇ ਨੱਕ ਤੇ ਮੂੰਹ ਨੂੰ ਢੱਕਣ ਦੀ, ਲੇਕਿਨ ਫਿਰ ਵੀ ਉਹ ਔਖਾ ਮਹਿਸੂਸ ਕਰ ਰਹੇ ਆ ਤੇ ਕਿਵੇਂ ਆਲਾ ਦੁਆਲਾ ਧੁੰਦਲਾ ਹੋਇਆ ਪਿਆ। ਪਰ ਇਸ ਸਮੋਗ ਆਇਆ ਕਿੱਥੋਂ ਹੈ? ਉਹ ਸਾਡੀ ਦੇਣ ਹੈ, ਅਸੀਂ ਉਹ ਪੈਦਾ ਕੀਤਾ। ਪਰ ਕੌਣ ਇਸ ਨੂੰ ਹਟਾਊਗਾ? ਕੌਣ? ਅਸੀਂ ਹਟਾਵਾਂਗੇ। ਅਸੀਂ ਅੱਜ ਤਵਹੀਆ ਕਰਾਂਗੇ, ਮਤਲਬ ਵੀ ਇਹ ਵਚਨਬੱਧ ਹੋਵਾਂਗੇ ਇਸ ਗੱਲ ਦੇ ਲਈ ਕਿ ਸਾਡੀ ਸਰਕਾਰ ਇੰਨੇ ਉਪਰਾਲੇ ਕਰ ਰਹੀ ਹੈ, ਸਾਡੇ ਸਕੂਲਾਂ ਦੇ ਵਿੱਚ ਇੰਨੀ ਸਿੱਖਿਆ ਦਿੱਤੀ ਜਾ ਰਹੀ ਹੈ, ਤੇ ਭਾਈ ਘਰ ਘਰ ਜਾ ਕੇ ਸਮਝਾ ਦਿਓ ਨਾ। ਜਿਹੜਾ ਵੀ ਅੱਗ ਲਾਉਂਦਾ ਉਹਨੂੰ ਕਹੋ ਵੀ ਦੇਖ ਠੀਕ ਹੈ, ਮੈਂ ਤੇਰੀ ਗੱਲ ਸਮਝ ਸਕਦਾ, ਪਰ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਕੀਮਾਂ ਦਾ ਆਪਾਂ ਲਾਭ ਉਠਾਈਏ। ਜਿਸ ਤਰ੍ਹਾਂ ਸਾੜਨ ਦੇ ਖਤਰੇ ਆਪਾਂ ਦੇਖ ਲਈਏ ਜਰਾ 1 ਮਿੰਟ ਦੇ ਲਈ, ਕਿ ਵਾਯੂਮੰਡਲ ਦੇ ਪ੍ਰਦੂਸ਼ਣ 'ਚ ਐਡਾ ਵੱਡਾ ਯੋਗਦਾਨ ਹੈ। ਉਦਯੋਗਾਂ ਦੇ ਵਿੱਚੋਂ, ਵਾਹਨਾਂ ਦੇ ਵਿੱਚੋਂ ਜਿਹੜਾ ਹੈ ਉਹ ਤਾਂ ਹੈ ਹੀ ਹੈ, ਨੁਕਸਾਨ ਹੋ ਰਿਹਾ ਹੈ, ਲੇਕਿਨ ਪਰਾਲੀ ਸਾੜਨ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਰ ਜ਼ਿਆਦਾ ਵੱਧ ਜਾਂਦਾ। ਤਾਂ ਇਸ ਕਰਕੇ ਜਿਹੜੇ ਭਾਰਤ ਦੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਨਾਲੇ ਆਲੇ ਦੁਆਲੇ ਦੇ ਜਿਹੜੇ ਵੀ ਹਿੱਸੇ ਹੈਗੇ ਆ, ਜਿਵੇਂ ਪਿੱਛੇ ਜੇ ਗੱਲ ਹੋਈ ਸੀ ਕਿ ਦਿੱਲੀ ਦੇ ਨੇੜੇ, ਕਿ ਦਿੱਲੀ ਦੇ ਵਿੱਚ ਜੀ ਆਹ ਪੰਜਾਬ ਹਰਿਆਣੇ ਦਾ ਜਿਹੜਾ ਧੂਆਂ ਪਹੁੰਚ ਗਿਆ ਹੈ ਨਾ, ਤੇ ਅਕਤੂਬਰ ਨਵੰਬਰ ਵਿੱਚ ਜਿਹੜਾ ਇਹ ਕਿੰਨਾ ਨੁਕਸਾਨ ਹੋ ਰਿਹਾ ਸੀਗਾ, ਤੇ ਸੜਕਾਂ ਤੇ ਧੁੰਦ ਛਾ ਗਈ ਸੀਗੀ, ਹੈ ਨਾ। ਤਾਂ ਇਸ ਮਨੁੱਖੀ ਸਿਹਤ ਤੇ ਪ੍ਰਭਾਵ ਦੇਖੋ, ਸਾਹ ਦੀਆਂ ਬਿਮਾਰੀਆਂ ਆਮ ਹੋ ਜਾਣਗੀਆਂ। ਇਹ ਧੂਆਂ ਜਿਹੜਾ ਫੇਫੜਿਆਂ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਊਗਾ। ਜਦੋਂ ਇਹ ਧੂਆਂ ਸਾਡਾ ਫੇਫੜਿਆਂ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਊਗਾ ਤਾਂ ਉਦੋਂ ਸਾਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਊਗੀ, ਖੰਘ ਆਊਗੀ। ਤਾਂ ਉਸ ਵਕਤ
ਸਮਝ ਸਕਦੇ ਹੋ ਤੁਸੀਂ ਮੇਰੇ ਖਿਆਲ ਤੇ ਕਿ ਜੇ ਨਾਲ ਵਾਲਾ ਬੰਦਾ ਬੈਠਾ ਖੰਘ ਰਿਹਾ ਹੋਵੇ ਤਾਂ ਅਸੀਂ ਕਿੱਦਾਂ ਦਾ ਮਹਿਸੂਸ ਕਰਦੇ ਹਾਂ, ਹੈ ਨਾ। ਤੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸੋਚਣਾ ਪਊਗਾ ਕਿ ਮਨੁੱਖੀ ਸਿਹਤ ਤੇ ਜੇ ਸਾਡੇ ਸਾਹ ਤੇ ਪ੍ਰਭਾਵ ਪੈ ਰਿਹਾ ਉਹਦੇ ਨਾਲ ਕੀ ਹੋਊਗਾ। ਸਾਹ ਔਖਾ ਹੋਇਆ, ਸਾਹ ਔਖਾ ਹੋਣ ਦੇ ਨਾਲ ਸਾਡਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹਦੇ 'ਚ ਪ੍ਰੋਬਲਮ ਆਉਂਦੀ ਹੈ। ਬਲੱਡ ਸਰਕੂਲੇਸ਼ਨ 'ਚ ਪ੍ਰੋਬਲਮ ਆਉਣ ਦੇ ਨਾਲ ਬੀਪੀ 'ਚ ਪ੍ਰੋਬਲਮ ਆਊਗੀ। ਬੀਪੀ 'ਚ ਪ੍ਰੋਬਲਮ ਆਉਣ ਦੇ ਨਾਲ ਕੀ ਹੋਊਗਾ, ਸਾਡੇ ਦਿਲ ਦੇ ਵਿੱਚ ਜਿਹੜਾ ਖੂਨ ਜਾ ਰਿਹਾ ਆ ਰਿਹਾ ਤੇ ਉਹਦੇ ਵਿੱਚ ਫਿਰ ਹਾਰਟ ਅਟੈਕ ਦੀ ਸਮੱਸਿਆ ਤਿਆਰ ਹੈ। ਸਾਹ ਦੀਆਂ ਬਿਮਾਰੀਆਂ ਤਾਂ ਹੈਗੀਆਂ ਨਾਲ ਜਿਹੜਾ ਇਹ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਸਹੇੜ ਲੀਆਂ। ਤੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪਊਗਾ ਕਿ ਪ੍ਰਦੂਸ਼ਣ ਜਿਹੜਾ ਹੈ ਚਾਹੇ ਕਿਤੋਂ ਵੀ ਹੁੰਦਾ ਹੈ ਨਾ, ਪ੍ਰਦੂਸ਼ਣ ਦੇ ਬਹੁਤ ਸਾਰੇ ਤਰੀਕੇ ਆ, ਬਹੁਤ ਸਾਰੀਆਂ ਕਿਸਮਾਂ, ਲੇਕਿਨ ਜਿਹੜਾ ਇਹ ਪ੍ਰਦੂਸ਼ਣ ਅਸੀਂ ਪਰਾਲੀ ਦੇ ਧੂਏ ਨਾਲ ਕਰ ਰਹੇ ਹਾਂ ਨਾ, ਵਿਗਿਆਨੀਆਂ ਦੇ ਦੱਸਣ ਅਨੁਸਾਰ ਇਹ ਸਭ ਤੋਂ ਘਾਤਕ ਸਿੱਧ ਹੋ ਰਿਹਾ ਹੈ। ਕਿਉਂਕਿ ਇਹ ਜਿਹੜਾ ਧੂਆਂ ਹੈ ਇਹ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਨੂੰ ਮਾਰ ਕਰਦਾ। ਪਹਿਲਾਂ ਇਹ ਗੱਲ ਦੇਖਣ ਦੇ ਵਿੱਚ ਆਈ ਸੀ ਕਿ ਇੱਕ ਕਾਰ ਦਾ ਜਿਹੜਾ ਧੂਆਂ ਹੈ ਉਹ ਛੋਟੀ ਉਮਰ ਦੇ ਬੱਚਿਆਂ ਤੱਕ ਹੀ ਸੀਮਤ ਰਹਿ ਜਾਂਦਾ, ਇਸ ਲਈ ਉਹਨਾਂ ਨੂੰ ਪਹਿਲਾਂ ਪ੍ਰਭਾਵਿਤ ਕਰਦਾ ਸਾਰਿਆਂ ਨੂੰ ਹੈ, ਲੇਕਿਨ ਪਹਿਲਾਂ ਪ੍ਰਭਾਵਿਤ ਉਹਨਾਂ ਨੂੰ ਕਰਦਾ ਜਿਹੜੇ ਛੋਟੇ ਬੱਚੇ ਹੁੰਦੇ। ਤਾਂ ਦੇਖੋ ਹੁਣ ਜੇ ਛੋਟੇ ਬੱਚੇ ਸਾਡੀ ਜਨਰੇਸ਼ਨ ਤੇ ਹੀ ਪਹਿਲਾਂ ਪ੍ਰਭਾਵ ਪੈ ਗਿਆ ਤਾਂ ਸਾਡਾ ਹਾਲ ਕੀ ਹੋਣ ਵਾਲਾ ਹੈ। ਸਿਹਤ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦੇ ਨਾਲ ਸਿਹਤ ਬਣੂ ਕਿੱਥੋਂ, ਸਾਡੇ ਭੋਜਨ ਤੋਂ, ਤੇ ਭੋਜਨ ਕਿੱਥੋਂ ਬਣਨਾ ਹੈ, ਸਾਡੀ ਧਰਤੀ ਤੋਂ। ਤੇ ਧਰਤੀ 'ਚ ਕੀ ਹੈ, ਮਿੱਟੀ ਹੈ, ਤੇ ਮਿੱਟੀ ਨੂੰ ਹੀ ਸਾੜਤਾ। ਉਹਦੇ ਵਿੱਚ ਮਿੱਟੀ ਦੇ ਵਿੱਚ ਜਿਹੜਾ ਅਸੀਂ ਦੇਖਿਆ ਕਿ ਪੌਸ਼ਟਿਕ ਤੱਤ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਨਾ ਸੀ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਜਿਹਨੂੰ ਅਸੀਂ NPK ਕਹਿੰਦੇ ਹਾਂ, ਖਤਮ ਕਰਤਾ ਸੀ। ਖਤਮ ਕਰਤਾ ਤਾਂ ਹੁਣ ਬਾਹਰੋਂ ਪਾਣਾ ਪੈਣਾ ਕਿ ਉਹ ਸਾਡੇ ਕੋਲ ਰਾਈਜ਼ੋਬੀਅਮ ਨਾਮ ਦਾ ਜਿਹੜਾ ਹੈਗਾ ਹੈ ਨਾ, ਕਿਸ ਤਰ੍ਹਾਂ ਦੇ ਨਾਲ ਉਹ ਨਾਈਟ੍ਰੋਜਨ ਨੂੰ ਇਕੱਠੀ ਕਰਦਾ ਹੈ। ਜਿਹੜੇ ਮਟਰ ਹੈ, ਫਲੀਆਂ ਹੈ, ਉਹਨਾਂ ਦੇ ਜੜ੍ਹਾਂ ਦੇ ਵਿੱਚ ਗੱਠਾਂ ਬਣ ਜਾਂਦੀਆਂ, ਉਹ ਨਾਈਟ੍ਰੋਜਨ ਇਕੱਠੀ ਕਿੱਥੋਂ ਲਿੱਤੀ ਜਾਂਦੀ ਹੈ, ਹਵਾ ਦੇ ਵਿੱਚੋਂ। ਉਹ ਇਕੱਠੀ ਹੋ ਕੇ ਉਹੀ ਟੁੱਟਦੀ ਸੀ ਜਦੋਂ ਅਸੀਂ ਵਾਹੁੰਦੇ ਸੀਗੇ ਜ਼ਮੀਨ ਨੂੰ, ਤੇ ਉਸਦੇ ਵਾਹਣ ਦੇ ਨਾਲ ਫਿਰ ਉਹ ਨਾਈਟ੍ਰੋਜਨ ਮਿੱਟੀ ਦੇ ਵਿੱਚ ਮਿਕਸ ਹੋ ਕੇ ਸਾਡੇ ਖਾਦ ਦਾ ਕੰਮ ਕਰ। ਲੇਕਿਨ ਅੱਜ ਸਾਨੂੰ ਸਾਡੀਆਂ ਆਪਣੀਆਂ ਮਨੁੱਖ ਦੁਆਰਾ ਬਣਾਈਆਂ ਹੋਈਆਂ ਖਾਦਾਂ ਉਹ ਪਾਣੀਆਂ ਪੈ ਰਹੀਆਂ। ਕਿਉਂਕਿ ਉਹਨਾਂ ਨੂੰ ਤਾਂ ਜਿਹੜੀ ਫਸਲ ਨੂੰ ਉਗਣ ਦੇ ਲਈ ਉਨੀਆਂ ਚੀਜ਼ਾਂ ਚਾਹੀਦੀਆਂ। ਤਾਂ ਜਸਟ ਇਮੇਜਿਨ ਕਰੋ ਕਿ ਸਿਹਤ ਦਾ ਜਿੱਥੇ ਨੁਕਸਾਨ ਹੋ ਰਿਹਾ ਉੱਥੇ ਸਿਹਤ ਨੂੰ ਜੋ ਭੋਜਨ ਅਸੀਂ ਦੇਣ ਜਾ ਰਹੇ ਹਾਂ ਉਹਦਾ ਕੀ ਹਾਲ ਹੋ ਰਿਹਾ ਹੈ। ਫਿਰ ਜੇ ਆਪਾਂ ਤਾਪਮਾਨ ਦੀ ਗੱਲ ਕਰੀਏ ਕਿ ਕਿੰਨਾ ਵੱਧ ਜਾਂਦਾ 42 ਡਿਗਰੀ ਤੱਕ, ਪਹਿਲਾਂ ਹੀ ਜੇ 40-42 ਹੋਵੇ ਗਰਮੀਆਂ ਦੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤੇ ਉੱਥੇ ਕਿਸੇ ਚੀਜ਼ ਨੂੰ ਅੱਗ ਲਾਈ ਹੋਵੇ ਤੇ ਉਹ 50, ਤੇ ਸਾਡਾ ਜਿਹੜਾ ਰੇਂਜ ਹੈ 50 +50 ਤੋਂ ਲੈ ਕੇ -50 ਤੱਕ ਹੈ ਨਾ। +50 ਤੱਕ ਜਾ ਕੇ ਜੇ 48-49 ਹੋ ਜਾਂਦਾ ਨਾ, ਅਸੀਂ ਦੇਖਣ ਲੱਗ ਪੈਂਦੇ ਹਾਂ ਵੀ ਹਿਸਾਰ, ਅੰਮ੍ਰਿਤਸਰ ਨੇੜੇ ਤੇੜੇ ਵੀ ਬਹੁਤ ਗਰਮੀ ਹੋਊਗੀ, ਹੈ ਨਾ, ਤੇ ਕਿੰਨਾ ਮੁਸ਼ਕਿਲ ਹੋ ਜਾਂਦਾ। ਤੇ 2.5 ਸੈਂਟੀਮੀਟਰ ਡੂੰਘਾਈ ਤੱਕ ਜਿਹੜੇ ਸੂਖਮ ਜੀਵ ਹੈ ਉਹ ਮਾਰ ਦਿੱਤੇ ਜਾਂਦੇ ਆ ਪਰਾਲੀ ਦੇ ਇਸ ਧੂਏ ਦੇ ਨਾਲ। ਇਸ ਧੂਏ ਦੇ ਨਾਲ ਮੈਂ ਇਸ ਲਈ ਕਹਿ ਰਿਹਾ ਕਿ ਆਲੇ ਦੁਆਲੇ ਜਦ ਪਰਤ ਵਿਛ ਜੂਗੀ, ਥੱਲੇ ਗਰਮੀ ਪੈਦਾ ਹੋਗੀ, ਉਸ ਗਰਮੀ ਨੇ ਉਹਨਾਂ ਨੂੰ ਅੱਗੇ ਖਤਮ ਕਰੀ ਜਾਣਾ ਹੈ। ਧੂਏ ਨੇ ਉੱਪਰਲੀ ਤਾਜ਼ੀ ਹਵਾ ਨੂੰ ਅੰਦਰ ਨਹੀਂ ਜਾਣ ਦੇਣਾ, ਪਹੁੰਚਣ ਨਹੀਂ ਦੇਣਾ। ਉਹ ਮੁਸਾਮ ਬੰਦ ਹੋ ਗਏ। ਉਹਨਾਂ ਦੇ ਨਾਲ ਜਿਹੜੀਆਂ ਆਉਣ ਵਾਲੀਆਂ ਫਸਲਾਂ ਹੈਗੀਆਂ ਸਾਡੀਆਂ ਉਹ ਵੀ ਕੋਈ ਇੰਨੀਆਂ ਵਧੀਆ ਨਹੀਂ ਹੁੰਦੀਆਂ ਹੈਗੀਆਂ। ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਹੈ ਇਹ ਫਸਲਾਂ ਦੀ ਤਾਕਤ ਦਿਨੋਂ ਦਿਨ ਆਪਾਂ ਦੇਖ ਰਹੇ ਹਾਂ ਘਟਦੀ ਜਾ ਰਹੀ ਹੈ। ਤੇ ਪਹਿਲਾਂ ਵਾਲਾ ਆਟਾ ਜਿਹੜਾ ਸੀਗਾ ਅਸੀਂ ਬਣਾਉਂਦੇ ਸੀ ਕਣਕ ਤੋਂ, ਹੈ ਨਾ, ਦਾਣਿਆਂ ਤੋਂ, ਤੇ ਉਹ ਆਟੇ ਤੇ ਅੱਜ ਵਾਲੇ ਆਟੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਕਿਉਂ ਪਿਆ, ਇਹ ਸਾਨੂੰ ਸੋਚਣ ਦੀ ਲੋੜ ਹੈ। ਬੇਟੇ ਆਉਣ ਵਾਲੇ ਸਮੇਂ ਦੇ ਵਿਦਿਆਰਥੀਓ, ਤੁਸੀਂ ਆਉਣ ਵਾਲੇ ਸਮੇਂ ਦੇ ਵਿਗਿਆਨੀ ਹੋ, ਤੇ ਜੇ ਤੁਸੀਂ ਅੱਜ ਇਹ ਨਾ ਸੋਚਿਆ ਤਾਂ ਆਉਣ ਵਾਲੀਆਂ ਜਨਰੇਸ਼ਨਸ ਦਾ ਸਾਡਾ ਕੀ ਹਾਲ ਹੋਊਗਾ। ਇਸ ਕਰਕੇ ਤੁਹਾਨੂੰ ਇਹ ਜ਼ਿਆਦਾ ਅਸੀਂ ਸਟ੍ਰੈਸ ਕਰਕੇ ਸਮਝਾਉਣਾ ਚਾਹੁੰਦੇ ਹਾਂ ਕਿ ਬੇਟੇ ਆਉਣ ਵਾਲਾ ਸਮਾਂ ਤੁਸੀਂ ਨੇ ਸਾਂਭਣਾ, ਤੁਸੀਂ ਤਾਂ ਹੀ ਸਾਂਭ ਸਕੋਗੇ ਜੇ ਇਹਨਾਂ ਗੱਲਾਂ ਤੋਂ ਵਾਕਿਫ ਹੋਵੋਗੇ। ਤਾਂ ਵਿਗਿਆਨ ਤਾਂ ਸਾਡੀ ਮਦਦ ਕਰ ਰਿਹਾ। ਜ਼ਮੀਨੀ ਪੱਧਰ ਤੇ ਓਜ਼ੋਨ ਜਿਹੜਾ ਹੈਗਾ ਉਹ ਮੈਟਾਬੋਲਿਜ਼ਮ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ, ਪੱਤਿਆਂ 'ਚ ਪ੍ਰਵੇਸ਼ ਕਰ ਗਿਆ ਤੇ ਪੱਤਿਆਂ ਦਾ ਰੰਗ ਕਿਤੇ ਪੀਲਾ ਹੋ ਗਿਆ, ਕਿਤੇ ਹੈ ਨਾ ਖਰਾਬ ਜੇ ਹੋ ਗਏ, ਕਿਸੇ ਕੀੜਾ ਉਹਦੇ ਉੱਪਰੋਂ ਆ ਗਿਆ। ਉਹ ਇਸ ਕਰਕੇ ਉੱਤਰੀ ਹਿੱਸਿਆਂ ਦੇ ਵਿੱਚ ਫਸਲਾਂ ਨੂੰ ਬਹੁਤ ਸਾਰਾ ਜਿਹੜਾ ਨੁਕਸਾਨ ਝੱਲਣਾ ਪੈ ਰਿਹਾ। ਵਿਕਲਪਿਕ ਤੌਰ ਤੇ ਜੇ ਆਪਾਂ ਗੱਲ ਕਰੀਏ, ਪਰਾਲੀ ਨੂੰ ਸਾੜਨ ਦੀ ਬਜਾਏ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕਹਿਣਾ ਬੜਾ ਸੌਖਾ ਹੁੰਦਾ ਇੱਥੇ ਬੈਠ ਕੇ ਵੀ ਐਂ ਵਰਤ ਲਓ, ਪਰ ਜਿਹੜਾ ਕਰਦਾ ਉਸ ਨੂੰ ਪਤਾ ਲੱਗਦਾ। ਪਰ ਸਾਡੇ ਅਜਨਾਲੇ ਦੇ ਵਿੱਚ ਇਹੋ ਜਿਹੇ 3 ਪਿੰਡ ਚੁਣੇ ਸਰਕਾਰ ਨੇ ਕਿ ਜਿਨ੍ਹਾਂ ਨੇ ਪੱਕਾ ਫੈਸਲਾ ਹੀ ਕਰ ਲਿਆ ਵੀ ਅਸੀਂ ਪਰਾਲੀ ਨੂੰ ਅੱਗ ਲਾਣੀ ਨਹੀਂ ਹੈ। ਉਹ ਲਾਈਓ ਨਹੀਂ ਹੈ ਉਹਨਾਂ ਨੇ, ਔਰ ਉਸ ਦੇ ਨਤੀਜੇ ਕੈਸੇ ਆਏ ਉਹ ਸਾਨੂੰ ਦੇਖਣਾ ਪਊਗਾ। ਉਹ ਅਸੀਂ ਇਸੇ ਲਈ ਤੁਹਾਡੇ ਨਾਲ ਇਹ ਰਾਬਤਾ ਕਾਇਮ ਕਰਦੇ ਹਾਂ ਸਮੇਂ-ਸਮੇਂ ਤੇ ਪੜ੍ਹਾਈ ਦੇ ਨਾਲ ਕਿ ਇਹ ਇੱਕ ਪੜ੍ਹਾਈ ਹੈ। ਜੇ ਸਾਡੀ ਸਿਹਤ ਚੰਗੀ ਹੋਊਗੀ, ਸਾਡਾ ਆਲਾ ਦੁਆਲਾ ਸਮਾਜ ਚੰਗਾ ਹੋਊਗਾ, ਤੇ ਅਸੀਂ ਮਤਲਬ ਜੋ ਮਰਜ਼ੀ ਕਰ ਲਈਏ ਫਿਰ, ਠੀਕ ਹੈ ਨਾ।
ਤੋ ਇਸ ਕਰਕੇ ਪਸ਼ੂਆਂ ਦੀ ਖੁਰਾਕ ਖਾਦ ਬਣਾਈ ਜਾ ਸਕਦੀ ਹੈ, ਪਿੰਡੂ ਖੇਤਰਾਂ ਦੇ ਵਿੱਚ ਛੱਤਾਂ ਪਾਈਆਂ ਜਾ ਸਕਦੀਆਂ, ਬਾਇਓਮਾਸ ਊਰਜਾ ਦਾ ਇਸ ਤੋਂ ਕੰਮ ਲਿਆ ਜਾ ਸਕਦਾ ਹੈ, ਖੁੰਭਾਂ ਦੀ ਕਾਸ਼ਤ, ਪੈਕਿੰਗ ਸਮੱਗਰੀ ਦੇ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ। ਜਿਹੜਾ ਥਰਮੋਕੋਲ ਹੈ ਉਹ ਕਿੰਨੀ ਘਾਤਕ ਚੀਜ਼ ਹੈ, ਪਲਾਸਟਿਕ ਬੈਨ ਕਰਤਾ ਸਰਕਾਰ ਨੇ। ਮਤਲਬ ਇਹ ਚੀਜ਼ਾਂ ਜਿਹੜੀ ਇਸ ਨੂੰ ਬਾਲਣ ਦੇ ਤੌਰ ਤੇ ਅਸੀਂ ਵਰਤ ਲਈਏ, ਇਸ ਦਾ ਫਿਰ ਕਾਗਜ਼ ਤਿਆਰ ਹੋਣ ਲੱਗ ਗਿਆ, ਬਾਇਓ ਈਥਾਨੋਲ ਉਦਯੋਗਿਕ ਉਤਪਾਦਨ ਦੇ ਲਈ। ਦੇਖੋ ਇਹ ਗੱਲ ਮੈਂ ਵੀ ਮੰਨਦਾ ਕਿ ਪਰਾਲੀ ਸਾੜਨ ਦੇ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਨਤੀਜੇ ਹੁੰਦੇ, ਮਦਦਗਾਰ ਵੀ ਹੈ ਲੇਕਿਨ ਨੁਕਸਾਨਦੇਹ ਵੱਧ ਹੈ। ਹੁਣ ਅਸੀਂ ਕੀ ਕਰਾਂਗੇ, ਜਿਹੜੀ ਚੀਜ਼ ਨੁਕਸਾਨ ਦਿੰਦੀ ਜ਼ਿਆਦਾ ਹੈ ਤੇ ਮਦਦ ਸਾਡੀ ਘੱਟ ਕਰਦੀ ਹੈ ਤਾਂ ਉਹਦੇ ਬਾਰੇ ਸੋਚਣਾ ਪਊਗਾ ਨਾ। ਇਸੇ ਲਈ ਅੱਜ ਸਾਨੂੰ ਇੱਥੇ ਬੈਠ ਕੇ ਇਹ ਚੀਜ਼ਾਂ ਆਪਸ ਦੇ ਵਿੱਚ ਵਿਚਾਰ ਵਟਾਂਦਰੇ 'ਚ ਲਿਆਉਣੀਆਂ ਪੈ ਰਹੀਆਂ। ਠੀਕ ਹੈ, ਮਦਦਗਾਰ ਕਿਵੇਂ ਹੈ ਜੀ, ਵੀ ਸਸਤਾ ਹੈ ਜੀ, ਬਸ ਫਟਾਫਟ ਤੀਲੀ ਲਾਓ ਤੇ ਕੰਮ ਖਤਮ, ਤੇ ਇੱਕ ਬੰਦਾ ਜਾ ਕੇ ਸਾਰੇ ਇੰਨੇ ਏਕੜ ਇੰਨੇ ਕਿੱਲਿਆਂ ਨੂੰ ਮਤਲਬ ਵੀ ਤਮਾਮ ਕਰ ਆਂਦਾ ਹੈ ਨਾ। ਸਸਤਾ ਤੇ ਆਸਾਨ ਲੱਗਦਾ ਹੈ, ਪਰ ਸਸਤਾ ਤੇ ਆਸਾਨ ਇਦਾਂ ਨਾ ਸੋਚੋ, ਇਹ ਸਸਤਾ ਤੇ ਆਸਾਨ ਸਾਨੂੰ ਲੱਗਦਾ ਹੈ ਪਰ ਇਹ ਮਹਿੰਗਾ ਕਿੰਨਾ ਹੈ। ਜਸਟ ਇਮੇਜਿਨ ਕਰੋ ਕਿ ਜੇ ਕੁਝ ਬੰਦਿਆਂ ਦੀ ਹਾਲਤ ਸਿਹਤ ਖਤਮ ਹੋ ਗਈ ਤਾਂ ਕਦ ਤੱਕ ਉਹ ਹਸਪਤਾਲਾਂ 'ਚ ਪਏ ਹੋਏ ਖਰਚਾ ਕਰੀ ਜਾਣਗੇ। ਤਾਂ ਤੁਹਾਨੂੰ ਲੱਗਦਾ ਵੀ ਇੱਕ ਉਹ 1 ਰੁਪਏ ਦੀ ਜਿਹੜੀ ਮਾਚਿਸ ਦੀ ਡੱਬੀ ਸੀ ਉਹਦੇ 'ਚੋਂ ਨਿਕਲੀ ਹੋਈ ਇੱਕ ਤੀਲੀ ਹੈ ਜਿਹੜੀ, ਉਹ ਕਿੰਨੀ ਕੁ ਦੀ ਬਣਦੀ ਹੋਊਗੀ ਤੇ ਹਸਪਤਾਲ ਦਾ ਖਰਚਾ ਕਿੰਨਾ ਹੋਊਗਾ। ਇਹ ਸੋਚਣਾ ਸਾਨੇ। ਮੁਕਾਬਲਾ ਕਰਨ 'ਚ, ਨਦੀਦਾਂ ਦਾ ਮੁਕਾਬਲਾ ਕਰਨ 'ਚ ਮਦਦ ਕਰਦਾ ਹੈ, ਨਾਈਟ੍ਰੋਜਨ ਟਾਈ ਅਪ ਨੂੰ ਘੱਟ ਕਰ ਸਕਦਾ ਹੈ। ਪਰ ਦੇਖੋ ਨਾ ਉਧਰ ਨੁਕਸਾਨ ਦੇਖੀਏ, ਪੌਸ਼ਟਿਕ ਤੱਤ ਹੀ ਖਤਮ ਹੋ ਗਏ। ਜਿਨ੍ਹਾਂ ਦੇ ਨਾਲ ਸਾਡੀ ਸਿਹਤ ਬਣਨੀ ਸੀ ਉਹ ਤੱਤ ਹੀ ਅਸੀਂ ਖਤਮ ਕਰਤੇ, ਗੱਲ ਹੀ ਮੁਕਾਤੀ। ਤੇ ਬਾਅਦ ਦੇ ਵਿੱਚ ਹੁਣ ਅਸੀਂ ਜੇ ਗੱਲ ਕਰੀਏ ਵੀ ਅਸੀਂ ਖਾਣ ਨੂੰ ਸਾਡੇ ਲਈ ਕੀ ਰਹਿ ਗਿਆ, ਤੱਤ ਤਾਂ ਹੈ ਨਹੀਂ ਉਹਦੇ ਵਿੱਚ, ਹੈ ਨਾ। ਗ੍ਰੀਨ ਹਾਊਸ ਗੈਸਾਂ ਜਿਹੜੀਆਂ ਤੁਹਾਨੂੰ ਪੜ੍ਹਾਈਆਂ ਜਾਂਦੀਆਂ, ਗ੍ਰੀਨ ਹਾਊਸ ਪ੍ਰਭਾਵ ਪੜ੍ਹਾਇਆ ਜਾਂਦਾ ਵੀ ਕਿਸ ਤਰ੍ਹਾਂ ਧਰਤੀ ਦੇ ਤਾਂ ਪਹਿਲਾਂ ਹੀ ਗਰਮੀ ਜਿਹੜਾ ਵਾਧਾ ਹੁੰਦਾ ਜਾਂਦਾ ਤੇ ਇੱਥੋਂ ਪਰਾਲੀ ਨੂੰ ਅੱਗ ਲਾ ਕੇ, ਨਾੜ ਨੂੰ ਅੱਗ ਲਾ ਕੇ ਤੇ ਹੋਰ ਵਾਧਾ ਕਰਦੀ ਅਸੀਂ, ਤੇ ਫਿਰ ਉਹਦੇ ਨਾਲ ਨੁਕਸਾਨ ਕਿਹਦਾ ਹੋਣਾ, ਓਜ਼ੋਨ ਪਰਤ ਦਾ। ਤੇ ਓਜ਼ੋਨ ਪਰਤ ਦਾ ਨੁਕਸਾਨ ਹੋ ਗਿਆ ਤੇ ਉਹ ਜਿਹੜੇ ਛੇਕ ਹੁੰਦੇ ਜਾਂਦੇ ਆ, ਵਿਗਿਆਨੀ ਦੱਸਦੇ ਆ ਸਮੇਂ-ਸਮੇਂ ਤੇ ਕਿ ਉਹ ਜਿਹੜਾ ਛੇਕ ਹੋਇਆ ਨਾ, ਤੇ ਜੇ ਉਹਦੇ ਚੋਂ ਅਲਟਰਾਵਾਇਲਟ ਕਿਰਨਾਂ ਧਰਤੀ ਤੇ ਆ ਗਈਆਂ ਤੇ ਚਮੜੀ ਦਾ, ਹੁਣ ਤੁਸੀਂ ਦੇਖੋ ਵੀ ਆਮ ਬੱਚਿਆਂ ਨੂੰ ਫੇਸ ਦੇ ਉੱਤੇ, ਬਾਹਾਂ ਦੇ ਉੱਤੇ ਇਹ ਰੋਗ ਚਮੜੀ ਦੇ ਕਿਉਂ ਜ਼ਿਆਦਾ ਹੋ ਰਹੇ ਆ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੋਰ ਕੋਈ ਨਹੀਂ, ਮਨੁੱਖ ਆਪ ਆਪਣੇ ਪੈਰ ਤੇ ਕੁਹਾੜੀ ਮਾਰ ਰਿਹਾ ਹੈ, ਆਪ ਇਹੋ ਜਿਹੇ ਕੰਮ ਕਰ ਰਿਹਾ ਹੈ। ਹੁਣ ਜਿੰਨਾ ਇੱਥੇ ਵਾਤਾਵਰਣ ਦੇ ਵਿੱਚ ਸਾਨੂੰ ਤਾਪਮਾਨ ਚਾਹੀਦਾ ਉਨਾ ਹੀ ਚਾਹੀਦਾ ਨਾ, ਪਰ ਜੇ ਉਸ ਤੋਂ ਵੱਧ ਕਰ ਦਾਂਗੇ ਅਸੀਂ ਤਾਂ ਨੁਕਸਾਨਦਾਇਕ ਹੋਊਗਾ ਸਾਡੇ ਲਈ। ਇਸ ਤਰ੍ਹਾਂ ਧੂਏ ਤੋਂ ਪ੍ਰਦੂਸ਼ਣ ਹੈ, ਕਿੰਨਾ ਪ੍ਰਦੂਸ਼ਣ ਫੈਲ ਰਿਹਾ ਹੈ, ਕਿੰਨੇ ਐਕਸੀਡੈਂਟਾਂ ਦਾ ਕਾਰਨ ਬਣ ਰਿਹਾ ਹੈ, ਇਹ ਇਹਦਾ ਨੁਕਸਾਨ ਹੈ। ਰਹਿੰਦ ਖੂੰਦ ਨੂੰ, ਫਲੋਟਿੰਗ ਥ੍ਰੈਡਾਂ ਤੋਂ ਬਿਜਲੀ ਅਤੇ ਇਲੈਕਟ੍ਰਿਕ ਉਪਕਰਨਾਂ ਨੂੰ ਨੁਕਸਾਨ ਹੋ ਜਾਂਦਾ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਨੇੜੇ ਤੇੜੇ ਉਹਦੀ ਅੱਗ ਦੀ ਲਪੇਟ 'ਚ ਜਿੰਨੀਆਂ ਚੀਜ਼ਾਂ ਆ ਗਈਆਂ ਸਾਰੀਆਂ ਹੀ ਖਤਮ। ਜੇ ਉੱਥੇ ਤਾਰਾਂ ਆ ਗਈਆਂ, ਤਾਰਾਂ ਨੂੰ ਅੱਗ ਲੱਗ ਗਈ, ਕਹਿੰਦੇ ਜੀ ਹੋਰ ਤਾਰਾਂ ਦੇ ਨਾਲ ਹੋਰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਅੱਗੇ। ਤੇ ਅੱਗ ਦਾ ਮਤਲਬ ਕਾਬੂ ਤੋਂ ਬਾਹਰ ਹੋ ਜੇ ਤਾਂ ਜਸਟ ਇਮੇਜਿਨ ਕਰੋ ਵੀ ਕਿੰਨਾ ਜ਼ਿਆਦਾ ਖਤਰਾ ਹੋ ਜਾਊਗਾ ਉਹਦਾ। ਬਾਹਰ ਫੈਲੀ ਹੋਈ ਅੱਗ ਕੀ ਕੁਛ ਕਰ ਦਿੰਦੀ ਹੈ। ਪਰਾਲੀ ਜਿਹੜੀ ਹੈ ਸਾਡੇ ਲਈ ਠੀਕ ਹੈ ਵੀ ਮਿੱਟੀ ਦੀ ਸਤ੍ਹਾ ਤੇ ਛੱਡੇ ਜਿਹੜੇ ਪੌਦੇ ਰਹਿ ਜਾਂਦੇ ਆ ਨਾ, ਉਹ ਤੂੜੀ ਵੀ ਬਣ ਜਾਂਦੀ ਹੈ ਉਹਦੇ, ਛੋਟੇ ਛੋਟੇ ਕਰਚਿਆਂ ਨੂੰ ਹੋਰ ਛੋਟਾ ਛੋਟਾ ਕਰਕੇ। ਠੀਕ ਹੈ, ਤਾਜ ਵੀ ਹੈ ਇਹ ਸਾਡੇ ਲਈ ਬਹੁਤ ਮਤਲਬ ਵੀ ਮਹੱਤਵਪੂਰਨ ਗੱਲ ਹੈ ਕਿ ਜਿਹੜੀ ਪਰਾਲੀ ਬਣੀ ਹੈ ਉਸ ਤੋਂ ਅਸੀਂ ਕੁਛ ਲਿਆ, ਪਰ ਉਸ ਤੋਂ ਕਿਸੇ ਤੋਂ ਕੁਛ ਲੈ ਕੇ ਉਹਨੂੰ ਅੱਗ ਲਾ ਦਈਏ ਕੀ ਸ਼ੋਭਾ ਦਿੰਦਾ? ਉਸਨੇ ਸਾਨੂੰ ਦਾਣੇ ਦਿੱਤੇ ਹੈ ਤੇ ਅਸੀਂ ਉਸ ਨੂੰ ਅੱਗ ਲਗਾ ਦਈਏ, ਇਹ ਸੋਚਣਾ ਪਊਗਾ। ਪਰ ਸਰਕਾਰ ਸਮੇਂ-ਸਮੇਂ ਤੇ ਹਾਜ਼ਰ ਹੈ, ਪਰ ਉਹਦੇ ਨਾਲ ਹਾਜ਼ਰ ਕਿਸ ਨੂੰ ਹੋਣਾ ਪਊਗਾ? ਸਮਾਜ ਨੂੰ, ਇਹਨਾਂ ਵਿਦਿਆਰਥੀਆਂ ਨੂੰ ਹਾਜ਼ਰ ਹੋਣਾ ਪਊਗਾ। ਨਵੀਆਂ ਕਾਢਾਂ ਕੱਢਣੀਆਂ ਪੈਣਗੀਆਂ। ਤੁਹਾਡੇ ਲਈ ਸਾਇੰਸ ਮੇਲੇ ਲਗਾਏ ਜਾਂਦੇ ਆ, ਉੱਥੇ ਇਹਨਾਂ ਚੀਜ਼ਾਂ ਦੇ ਹੱਲ ਲੈ ਕੇ ਆਓ। ਸਰਕਾਰ ਕਹਿੰਦੀ ਅਸੀਂ 1 ਲੱਖ ਰੁਪਏ ਇਨਾਮ ਦੇਣ ਨੂੰ ਤਿਆਰ ਹਾਂ ਕਿ ਜਿਹੜਾ ਇਹਦਾ ਕੋਈ ਸੌਖਾ ਤੇ ਪਾਏਦਾਰ ਹੱਲ ਲੱਭ ਕੇ ਦੇਊਗਾ ਸਾਨੂੰ। ਤਾਂ ਹਾਰਵੈਸਟਰ, ਹੈਡਰ, ਕੱਢੀ ਗਈ ਤੂੜੀ ਜਿਹੜੀ ਸ਼ਾਮਲ ਹੋਈ ਹੈ, ਉਹ ਜਿਹੜੀ ਤੂੜੀ ਹੈ ਉਸ ਨੂੰ ਰਿਸ਼ਤੇਦਾਰ ਜਾਂ ਰੱਦੀ ਵੀ ਜਾਣਿਆ ਜਾਂਦਾ ਵੀ ਇਹ ਰਿਸ਼ਤੇਦਾਰ ਹੀ ਹੈ ਉਹਦੀ ਪਰਾਲੀ ਦੀ, ਹੈ ਨਾ। ਹੁਣ ਭਾਰਤ ਦੇ ਵਿੱਚ ਅਸੀਂ ਇੱਕ ਹੈਪੀ ਸੀਡਰ ਬਣਾਇਆ, ਹੈ ਨਾ। ਠੀਕ ਹੈ, ਕੁਝ ਕਿਸਾਨਾਂ ਦੇ ਲਈ ਇਹ ਬੜਾ ਮਹਿੰਗਾ ਵੀ ਸਾਧਨ ਸਿੱਧ ਹੋਇਆ, ਲੇਕਿਨ ਜੇ ਇੱਕ ਵਿਅਕਤੀ ਨੇ ਕੀ ਕੀਤਾ ਪਿੰਡ ਦੇ ਵਿੱਚ, ਉਹ ਕਹਿੰਦਾ ਵੀ ਮੇਰਾ ਸੀਡਰ ਜਿੱਥੇ ਵੀ ਮੈਂ ਖਰੀਦ ਲਿਆ, ਤੁਸੀਂ ਜਿਨ੍ਹਾਂ ਨੂੰ ਲੋੜ ਹੈ ਇਸ ਨੂੰ ਲੈ ਜਾਓ, ਇਸ ਦੇ ਨਾਲ ਮਤਲਬ ਤੁਸੀਂ ਅੱਗ ਨਾ ਲਾਓ। ਉਸ ਨੂੰ ਸਮਝ ਆ ਗਈ ਇਸ ਗੱਲ ਦੀ। ਤਾਂ ਸੀਡਰ ਕੀ ਕਰਦਾ ਕਿ ਛੋਟੇ ਛੋਟੇ ਟੁਕੜਿਆਂ 'ਚ ਕੱਟ ਦਿੰਦਾ, ਇਕਸਾਰ ਰੂਪ 'ਚ ਫੈਲਾ ਦਿੰਦਾ। ਹੁਣ ਭਾਰਤੀ ਖੇਤੀ ਖੋਜ ਸੰਸਥਾਨ ਨੇ ਇੱਕ ਐਂਜ਼ਾਈਮ ਬਾਇਓ ਡੀਕੰਪੋਜ਼ਰ ਘੋਲ ਵਿਕਸਿਤ ਕੀਤਾ, ਜਿਹਦਾ ਛਿੜਕਾਅ ਕਰਦੀ ਹੈ ਨਾ ਅਸੀਂ ਵਾਢੀ ਤੋਂ ਬਾਅਦ, ਤੇ ਜੈਵਿਕ ਕਾਰਬਨ ਨੂੰ ਵਧਾਉਣ ਦੇ ਵਿੱਚ ਉਹ ਸਾਡੀ ਸਹਾਇਤਾ ਕਰਦਾ। ਤੇ ਦੇਖੋ ਜਿਹੜੀ ਵੀ ਚੀਜ਼ ਅੱਗ ਲਗਾਉਣ ਦੇ ਨਾਲ ਕਾਲੇ ਰੰਗ ਦੀ ਹੋ ਜਾਂਦੀ ਹੈ, ਤਾਂ ਕਾਲਾ ਰੰਗ ਅਸੀਂ ਕਾਰਬਨ, ਕੱਲਾ ਕਾਰਬਨ 50,000 ਯੌਗਿਕ ਬਣਾਉਣ ਦੀ ਸਮਰੱਥਾ ਰੱਖਦਾ। ਤੇ ਕਾਰਬਨ ਦੇਖੋ ਹੁਣ
ਮਈ 2022 ਦੇ ਵਿੱਚ ਪੰਜਾਬ ਸਰਕਾਰ ਨੇ ਘੋਸ਼ਣਾ ਕੀਤੀ ਕਿ ਮੱਕੀ, ਬਾਜਰਾ, ਸੂਰਜਮੁਖੀ, ਮੂੰਗੀ ਦੀਆਂ ਫਸਲਾਂ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦੇਗੀ ਸਰਕਾਰ, ਔਰ ਜਿਸ ਨਾਲ ਧਰਤੀ ਦਾ ਹੇਠਲਾ ਜਿਹੜਾ ਪਾਣੀ ਹੈ ਉਹ ਤੇਜ਼ੀ ਨਾਲ ਜਿਹੜਾ ਘਟ ਰਿਹਾ ਹੈ ਉਸ ਨੂੰ ਕਿਤੇ ਨਾ ਕਿਤੇ ਅਸੀਂ ਕੰਟਰੋਲ 'ਚ ਕਰ ਲਈਏ। ਤਾਂ ਸਰਕਾਰਾਂ ਦੇ ਵੀ ਇਹ ਉਪਰਾਲੇ ਆ ਜਿਹੜੇ ਹੁਣ ਤੁਹਾਨੂੰ ਇੱਥੇ ਇਕੱਠਾ ਕੀਤਾ ਹੈ। ਅਸੀਂ ਤੁਹਾਨੂੰ ਕਹਿੰਦੇ ਆ ਕਿ ਇਹ ਦੇਖੋ, ਹੁਣ ਤੁਸੀਂ ਸਾਹਮਣੇ ਇੱਕ ਤਸਵੀਰ ਦੇਖ ਰਹੇ ਹੋ, ਬਾਇਓਮਾਸ ਪਾਵਰ ਪ੍ਰੋਜੈਕਟ, ਥਰਮਲ ਪਾਵਰ ਪਲਾਂਟਾਂ ਦੇ ਵਿੱਚ ਕੋ ਫਾਇਰਿੰਗ। ਤਾਂ ਇਹ ਪਰਾਲੀ ਨੂੰ ਬੰਨਿਆ ਗਿਆ ਪੈਕਟਾਂ ਦੇ ਵਿੱਚ ਔਰ ਉਹਨੂੰ ਕੰਪਰੈਸ ਕਰਕੇ ਉਹਦੇ ਪੈਕਟ ਬਣਾ ਕੇ ਇਹਨਾਂ ਨੂੰ ਬਾਲਣ ਦੇ ਤੌਰ ਦੇ ਉੱਤੇ, ਥਰਮਲ ਪਾਵਰ ਪਲਾਂਟ ਦੇ ਵਿੱਚ ਕੋਲਾ ਬਲਦਾ ਤੇ ਉਹਦੀ ਜਗ੍ਹਾ ਤੇ ਜੇ ਇਸ ਨੂੰ ਬਾਲ ਕੇ ਅਸੀਂ ਜਾਂ ਕੋ ਫਾਇਰਿੰਗ ਕਰਕੇ ਉਹ ਅੱਗੇ ਕਿਸ ਤਰ੍ਹਾਂ ਬਿਜਲੀ ਪੈਦਾ ਹੁੰਦੀ ਹੈ ਨਾ, ਜਾਂ ਜਿਹੜੇ ਉਦਯੋਗਿਕ ਬੋਇਲਰ ਹੈ ਸਾਡੇ ਉਹਨਾਂ 'ਚ ਬਾਲਣ ਦੇ ਤੌਰ ਤੇ ਅਸੀਂ ਨਹੀਂ ਵਰਤ ਲਈਏ, ਜਾਂ ਇਸ ਨੂੰ ਪੈਕੇਜਿੰਗ ਸਮੱਗਰੀ ਦੇ ਤੌਰ ਤੇ ਇਸ ਨੂੰ ਵਰਤ ਲਿਆ ਜਾਵੇ। ਤਾਂ ਤੁਸੀਂ ਇਮੇਜਿਨ ਕਰੋ ਵੀ ਵਿਕਲਪ ਸਾਡੇ ਕੋਲ ਬਹੁਤ ਸਾਰੇ ਇਕੱਠੇ ਹੋ ਸਕਦੇ ਆ ਜੇ ਆਪਾਂ ਮਿਲ ਬੈਠੀਏ। ਤਾਂ ਅੱਜ ਇਹ ਮਿਲ ਬੈਠਣ ਦਾ ਉਪਰਾਲਾ ਕੀਤਾ ਗਿਆ ਸਾਡੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਦੁਆਰਾ, ਔਰ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਸ ਦੇ ਲਈ ਬਹੁਤ ਹੀ ਜ਼ਿਆਦਾ ਯਤਨਸ਼ੀਲ ਹੈ ਕਿ ਆਪਾਂ ਰਲ ਮਿਲ ਕੇ ਕੁਛ ਉਪਰਾਲੇ ਕਰੀਏ, ਲੋਕਾਂ ਤੱਕ ਇਹ ਗੱਲਾਂ ਪਹੁੰਚਾਈਏ ਕਿ ਠੀਕ ਹੈ ਜਿੱਥੇ ਦਿੱਕਤ ਆ ਰਹੀ ਹੈ ਤੁਸੀਂ ਸਾਡੇ ਤੱਕ ਲੈ ਕੇ ਆਓ ਕਿ ਹਾਂ ਸਾਨੂੰ, ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਅਸੀਂ ਇਹ ਕਰਨਾ ਚਾਹੁੰਦੇ ਹਾਂ, ਸਾਡੀ ਸਹਾਇਤਾ ਕਰੋ। ਹਰ ਇੱਕ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬਾਨ ਮੌਜੂਦ ਹੈ, ਡਿਪਟੀ ਕਮਿਸ਼ਨਰ ਸਾਹਿਬ ਮੌਜੂਦ ਹੈ, ਉਹਨਾਂ ਦੇ ਅੱਗੇ ਹੋਰ ਸਬੋਰਡੀਨੇਟਸ ਹੈਗੇ ਆ, ਤਾਂ ਉਹਨਾਂ ਤੋਂ ਸਲਾਹ ਲਿੱਤੀ ਜਾ ਸਕਦੀ ਹੈ। ਪਰ ਬਗੈਰ ਸਲਾਹ ਲਾਈ ਜੇ ਇੱਕ ਤੀਲੀਓ ਲਾਣੀ ਹੈ ਨਾ ਤਾਂ ਫਿਰ ਤਾਂ ਮਤਲਬ ਤੁਸੀਂ ਸੋਚ ਸਕਦੇ ਹੋ ਵੀ ਆਪਾਂ ਦੇਖੋ ਹੁਣ ਇਹਦੇ ਲਈ ਤੁਸੀਂ ਕੀ ਕਰਨਾ। ਤਾਂ ਇਕੱਠੇ ਹੋ ਕੇ ਇੱਕ ਰੈਲੀ ਦਾ ਰੂਪ ਕਰਕੇ ਕਿ ਬਈ এনवायरमेंटल ਵਾਤਾਵਰਣ ਦਾ ਪ੍ਰਦੂਸ਼ਣ ਬੜਾ ਹੀ ਇਨਕਿਉਰੇਬਲ ਡਿਜ਼ੀਜ਼ ਨੂੰ ਪੈਦਾ ਕਰਦਾ ਹੈ, ਜਿਹੜੀਆਂ ਕਿ ਕਦੇ ਵੀ ਠੀਕ ਨਹੀਂ ਹੋ ਪਾਣੀਆਂ, ਔਰ ਸਾਰੀ ਜ਼ਿੰਦਗੀ ਖੋਂ ਕਰਨਾ ਪਸੰਦ ਕਰਦੇ ਹੋ, ਸਾਰੀ ਜ਼ਿੰਦਗੀ ਦੇ ਲਈ ਫੇਫੜੇ ਖਰਾਬ ਹੋ ਜਾਣਗੇ। ਮਿਲ ਕੇ ਕਸਮ ਖਾਈਏ, ਪਰਾਲੀ ਨੂੰ ਨਾ ਜਲਾਈਏ, ਪ੍ਰਦੂਸ਼ਣ ਮੁਕਤ ਦੇਸ਼ ਬਣਾਈਏ। ਤਾਂ ਇਦਾਂ ਦੇ ਤੁਸੀਂ ਮਾਟੋ ਜਿਹੜੇ ਆ ਆਪਣੇ ਸਕੂਲਾਂ ਦੇ ਵਿੱਚ ਲਿਖ ਕੇ ਲਗਾਓ, ਜਗ੍ਹਾ ਜਗ੍ਹਾ ਤੇ, ਮਤਲਬ ਹਰ ਵੇਲੇ ਹੀ ਸਮਝਾਓ ਲੋਕਾਂ ਨੂੰ ਜਿਹੜੇ ਐਸਾ ਕੰਮ ਕਰਦੇ ਆ। ਨਾ ਲਾ ਅੱਗਾਂ ਸੋਹਣਿਆ ਸਾਹ ਔਖਾ ਆਉਂਦਾ, ਨਾ ਲਾ ਅੱਗਾਂ ਸੋਹਣਿਆ ਸਾਹ ਔਖਾ ਆਉਂਦਾ, ਚੰਦ ਚਿੱਲੜਾਂ ਦੀ ਖਾਤਰ ਜਾਨ ਦੁੱਖਾਂ ਵਿੱਚ ਪਾਉਂਦਾ। ਇਮੇਜਿਨ ਕਰੋ ਵੀ ਸਾਹ ਔਖਾ ਹੋ ਰਿਹਾ ਤੇ ਥੋੜੇ ਜੇ ਮਤਲਬ ਵੀ ਛਿੱਲੜ ਪੈਸਿਆਂ ਦੀ ਖਾਤਰ, ਹੈ ਨਾ, ਤੇ ਜਾਨ ਤਾਂ ਦੁੱਖਾਂ 'ਚ ਪਾਤੀ ਨਾ ਸੀ। ਤਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹੈ ਜਿਹੜਾ ਸਾਡਾ ਕੰਟਰੋਲ ਬੋਰਡ, ਇਸ ਤਰ੍ਹਾਂ ਹੀ ਸੈਂਟਰ ਦਾ ਬੜੇ ਉਪਰਾਲੇ ਹੈ, ਪਰ ਉਹਨਾਂ ਉਪਰਾਲਿਆਂ ਨੂੰ ਅਸੀਂ ਸਾਰਥਕ ਤਾਂ ਹੀ ਬਣਾ ਸਕਦੇ ਹਾਂ ਜੇ ਅਸੀਂ ਨਾਲ ਉਹਦੇ ਵਿੱਚ ਸਹਾਇਕ ਹੋਵਾਂਗੇ। ਤਾਂ ਦੇਖੋ ਇਸ ਤਰ੍ਹਾਂ ਤੁਸੀਂ ਆਪਣਾ ਪੋਸਟਰ ਬਣਾ ਕੇ ਸੇ ਨੋ ਟੂ ਪੋਲਿਊਸ਼ਨ, ਪ੍ਰਦੂਸ਼ਣ ਨੂੰ ਆਪਾਂ ਨੋ ਕਹੀਏ। ਪੰਜਾਬ ਸਾਡਾ ਮਤਲਬ ਵੀ ਦੇਖੋ ਵੀ ਭੋਜਨ ਦੇਣ ਵਾਲਾ ਇੱਕ ਸੂਬਾ ਹੈ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਕਿਸਾਨਾਂ ਨੇ ਕ੍ਰਾਂਤੀ ਲਿਆਤੀ 1960 'ਚ ਕੀ ਸੀ ਸਾਡੇ ਕੋਲ, ਲੇਕਿਨ ਅੱਜ ਅਸੀਂ ਮਤਲਬ ਦੇਸ਼ ਦੀ ਕਾਇਆ ਹੀ ਕਲਪ ਕਰਤੀ। ਪਰ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਵੇ ਕਿ ਜਿੱਥੇ ਇਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਸੀ ਤੇ ਉੱਥੇ ਅਗਨੀ ਕ੍ਰਾਂਤੀ ਲਿਆਤੀ ਤੇ ਬਿਮਾਰੀਆਂ ਦੀ ਕ੍ਰਾਂਤੀ ਲਿਆਤੀ। ਇਹ ਨਹੀਂ ਅਸੀਂ ਸੁਣਨਾ ਚਾਹੁੰਦੇ ਹਾਂ। ਅਸੀਂ ਇਹ ਸੁਣਨਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਤੇ ਸਿਰਫ ਤਰੱਕੀ ਨੂੰ ਪਸੰਦ ਕਰਦੇ ਹਾਂ, ਨੁਕਸਾਨ ਨੂੰ ਪਸੰਦ ਨਹੀਂ ਕਰਦੇ। ਤਾਂ ਹਰ ਬੱਚਾ ਇਹ ਅੱਜ ਵਾਅਦਾ ਕਰਕੇ ਜਾਓ ਜਿਨ੍ਹਾਂ ਨੇ ਵੀ ਇਹ ਲੈਕਚਰ ਸੁਣਿਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਲੈਕਚਰ ਅਸੀਂ ਹੋਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਇਹ ਇੱਕ ਬੇਸਿਕ ਅਸੀਂ ਸਟਾਰਟ ਕੀਤਾ ਹੈ। ਤਾਂ ਸਾਡੇ ਡਾਇਰੈਕਟਰ ਜਨਰਲ, ਡਾਇਰੈਕਟਰ SCRT ਔਰ ਸੈਕਟਰੀ ਸਾਹਿਬ ਔਰ ਸਿੱਖਿਆ ਮੰਤਰੀ ਸਭ ਨੇ ਇਹ ਫੈਸਲਾ ਕੀਤਾ ਕਿ ਇਹ ਸਾਰਾ ਸਕੂਲਾਂ ਦੇ ਵਿੱਚੋਂ ਅਸੀਂ ਸ਼ੁਰੂ ਕਰਕੇ ਇੱਕ ਐਸਾ ਪਲੇਟਫਾਰਮ ਤਿਆਰ ਕਰ ਦਈਏ ਵੀ ਜਿੱਥੇ ਵੀ ਕੋਈ ਅੱਗ ਲਗਾ ਰਿਹਾ ਤੇ ਸਾਡਾ ਛੋਟਾ ਵੀ ਬੱਚਾ ਵੀ ਉਸ ਨੂੰ ਕਹੇ ਵੀ ਨਾ ਬਈ ਇਹ ਕੰਮ ਨਹੀਂ ਕਰਨਾ, ਰੋਕ ਇਸ ਨੂੰ, ਗਲਤ ਕਰ ਰਿਹਾ ਤੂੰ। ਤਾਂ ਦੇਖੋ ਅਸੀਂ ਅਵੇਅਰਨੈਸ ਕਿਸ ਤਰ੍ਹਾਂ ਫੈਲਾਈਏ। ਅਵੇਅਰਨੈਸ ਕਰਨ ਦੇ ਨਾਲ ਹੀ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਤਾਂ ਇੰਨਾ ਕਹਿੰਦਾ ਹੋਇਆ ਮੈਂ ਤੁਹਾਡਾ ਧੰਨਵਾਦ ਕਰਦਾ। ਤੇ ਇੱਕ ਮੋਟੀਵੇਸ਼ਨਲ ਅਸੀਂ ਗੱਲ ਇਸ ਵੀਡੀਓ ਦੇ ਰਾਹੀਂ ਸੁਨੇਹਾ ਜਿਹੜਾ ਹੈ ਦਿਨੇਸ਼ ਮਨੀ ਜੀ ਨੇ ਦਿੱਤਾ ਹੈ। ਤਾਂ ਆਪਾਂ ਸਮੁੰਦਰ ਦੀ ਗੱਲ ਕਰੀਏ ਕਿ ਸਮੁੰਦਰ ਸਾਡੀ ਸਿਹਤ ਲਈ ਕਿਵੇਂ ਹੈ, ਇਹ ਸਾਰੀ ਉਸ ਊਰਜਾ ਨੂੰ ਸਮਾ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ। ਮੈਂ ਕਹਿੰਦਾ ਵੀ ਇਹ ਤੁਸੀਂ ਜ਼ਰੂਰ ਘਰ ਘਰ ਸੁਨੇਹਾ ਪਹੁੰਚਾਓ। ਇੰਨਾ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ। खड़े होकर के समंदर को गौर से देखा है। चलिए मैं आपको एक छोटी सी कहानी सुनाता हूं। समंदर के किनारे जब एक तेज लहर आई तो एक बच्चे का चप्पल ही अपने साथ बहा ले गई। बच्चा रेत पर उंगली से लिखता है, समुंदर चोर है। उसी समुंदर के किनारे एक मछुआरा बहुत सारी मछलियां पकड़कर लाता है। वह उसी रेत पर लिखता है, समुंदर मेरा पालनहार है। एक युवक समुद्र में डूबकर मर जाता है। उसकी मां रेत पर लिखती है, समुंदर हत्यारा है। वहीं दूसरे किनारे एक गरीब बूढ़ा रेत पर टहल रहा था। उसे बड़े सीप में एक अनमोल मोती मिल गया।
वह रेत पर लिखता है, समुद्र बहुत दानी है। अचानक एक बड़ी लहर आती है और सारा लिखा हुआ मिटाकर चली जाती है। मतलब समुद्र को कहीं कोई फर्क नहीं पड़ता कि लोग उसके बारे में क्या राय रखते हैं। वो हमेशा अपनी लहरों के संग मस्त रहता है। दोस्तों, अगर विशाल समुद्र बनना है तो जीवन में कभी भी फिजूल बातों पर ध्यान देना बंद कर दें। अपने उफान, उत्साह, शौर्य, पराक्रम और शांति समुद्र की भांति हमेशा अपने हिसाब से तय कीजिए। लोगों का क्या है, उनकी राय परिस्थितियों के हिसाब से बदलती रहती है। अब देखिए ना, अगर मक्खी चाय में गिरे तो चाय फेंक देते हैं, और अगर शुद्ध देसी घी में गिर जाए तो मक्खी ही फेंक देते हैं। क्या बात है। किसी ने कहा है कि जो जितनी सुविधा में है वो उतनी ही दुविधा में है। पर आप छोड़िए इन सब बातों को। आप स्वस्थ रहिए, मस्त रहिए, हमेशा हंसते रहिए, खिलखिलाते रहिए, अपना और अपनों का ख्याल रखिए। खड़े होकर